मैं ਤੁਹਾਡਾ ਵੀਰ डॉक्टर हरीश मल्होत्रा ਅੱਜ 3 ਮਈ 2021 ਨੂੰ ਫਿਰ ਹਫ਼ਤਾਵਾਰੀ ਪ੍ਰੋਗਰਾਮ ਸੋਚ ਦਾ ਸਫ਼ਰ ਲੈ ਕੇ ਹਾਜ਼ਰ ਹਾਂ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਮੈਂ ਆਪਣੀ ਕਿਤਾਬ ਬਾਤਾਂ ਬਲੈਦ ਦੀਆਂ ਵਿੱਚੋਂ ਪਹਿਲਾਂ ਇੱਕ ਲੇਖ ਪੜ੍ਹਦਾ ਅਤੇ ਫਿਰ ਤੁਹਾਡੇ ਟੈਲੀਫੋਨ ਦੇ ਰਾਹੀਂ ਉਹਨਾਂ ਨੁਕਤਿਆਂ 'ਤੇ ਸੰਵਾਦ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਜੋ ਮੈਂ ਉਸ ਲੇਖ ਵਿੱਚ ਉਠਾਏ ਹੁੰਦੇ ਹਨ ਜਾਂ ਜਿਹੜੇ ਨੁਕਤੇ ਹੈਗੇ ਆ ਉਹ ਨੁਕਤੇ ਜਿਨ੍ਹਾਂ 'ਤੇ ਮੈਂ ਸ਼ਾਇਦ ਕੋਈ ਗੱਲ ਨਾ ਕੀਤੀ ਹੋਵੇ। ਸਾਡੇ ਟੈਲੀਫੋਨ ਦੀਆਂ ਲਾਈਨ ਜਿਹੜੀਆਂ ਹੈਗੀਆਂ ਉਹ ਹੁਣ ਤੋਂ ਹੀ ਖੁੱਲ੍ਹੀਆਂ ਹੈਗੀਆਂ, ਤੁਸੀਂ ਟੈਲੀਫੋਨ ਹੁਣ ਤੋਂ ਹੀ ਕਰ ਸਕਦੇ ਹੈਗੇ ਆ। ਨੰਬਰ ਹੈਗਾ ਸਾਡਾ 0300 770 2246 ਅਤੇ ਜੇ ਤੁਸੀਂ ਟੈਲੀਫੋਨ ਹੁਣ ਤੋਂ ਹੀ ਕਰ ਲਓਗੇ ਤਾਂ ਫਿਰ ਤੁਹਾਡਾ ਜਿਹੜਾ ਹੈਗਾ ਟੈਲੀਫੋਨ ਉਹ ਲਾਈਨ ਅਪ ਹੋ ਸਕਦਾ ਅਤੇ ਉਹਦੇ ਨਾਲ ਮੈਨੂੰ ਵੀ ਕਨਵੀਨੀਅੰਸ ਰਹਿੰਦੀ ਹੈ, ਤੁਹਾਨੂੰ ਵੀ ਕਨਵੀਨੀਅੰਸ ਰਹਿੰਦੀ ਹੈ ਵੀ ਕਿੰਨੀਆਂ ਕਾਲਸ ਮੇਰੇ ਕੋਲ ਆ ਰਹੀਆਂ ਹੈਗੀਆਂ ਅਤੇ ਉਸ ਹਿਸਾਬ ਨਾਲ ਫਿਰ ਜਿਹੜੀ ਹੈਗੀ ਬਾਰੀ ਸਿਰ ਜਿਹੜਾ ਤੁਹਾਡਾ ਜਿਹੜਾ ਟੈਲੀਫੋਨ ਹੈਗਾ ਉਹ ਮੈਂ ਲੈ ਸਕਦਾ। ਜਿਹੜਾ ਲੇਖ ਮੈਂ ਅੱਜ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਉਹ ਰੇਸਿਜ਼ਮ ਬਾਰੇ ਹੈ, ਨਸਲਵਾਦ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਹਾਂ, ਅਤੇ ਉਸ ਡਿਸਕ੍ਰਿਮੀਨੇਸ਼ਨ ਬਾਰੇ, ਉਸ ਪੱਖਪਾਤ ਬਾਰੇ ਵੀ ਜਿਹੜਾ ਅਸੀਂ ਆਪਣੇ ਸਮਾਜ ਵਿੱਚ ਵੀ ਆਪਣੇ ਲੋਕਾਂ ਨਾਲ ਕਰਦੇ ਹਾਂ। ਇਹ ਲੇਖ ਬੜਾ ਪੁਰਾਣਾ ਹੈਗਾ ਪਰ ਜਿਹੜੇ ਮਸਲੇ ਹੈਗੇ ਆ ਉਹ ਅੱਜ ਵੀ ਉਸੇ ਤਰ੍ਹਾਂ ਜਿਉਂਦੇ ਜਾਗਦੇ ਹਨ ਜਿਸ ਤਰ੍ਹਾਂ ਕੁਝ ਸਾਲ ਪਹਿਲਾਂ ਸੀਗੇ। ਸੋ ਮੈਂ ਜਿਹੜਾ ਹੈਗਾ ਜ਼ਿਆਦਾ ਸਮਾਂ ਨਾ ਲੈਂਦਾ ਹੈ, ਮੈਂ ਉਹ ਲੇਖ ਸ਼ੁਰੂ ਕਰਦਾ ਅਤੇ ਨਾਲ ਦੀ ਨਾਲ ਮੈਂ ਜਿਹੜਾ ਹੈਗਾ ਆਪਣੇ ਸਾਰੇ ਸਰੋਤਿਆਂ ਦਾ, ਸਾਰੇ ਆਪਣੇ ਦਰਸ਼ਕਾਂ ਦਾ ਧੰਨਵਾਦ ਇੱਕ ਵਾਰੀ ਫੇਰ ਕਰ ਦੇਵਾਂ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਸਹਿਯੋਗ ਮੈਨੂੰ ਦਿੰਦੇ ਆ ਅਤੇ ਤੁਸੀਂ ਮੈਨੂੰ ਬਹੁਤ ਸਾਰੇ ਵਡਮੁੱਲੇ ਜਿਹੜੇ ਆ ਵਿਚਾਰ ਵੀ, ਸੁਜੈਸ਼ਨਸ ਉਹ ਵੀ ਦਿੰਦੇ ਹੈਗੇ, ਤਾਂ ਉਹਨਾਂ ਵਿਚਾਰਾਂ ਅਤੇ ਸੁਜੈਸ਼ਨਾਂ ਨੂੰ ਵੀ ਮੈਂ ਬਹੁਤ ਸੀਰੀਅਸਲੀ ਲੈਂਦਾ ਅਤੇ ਕੋਸ਼ਿਸ਼ ਕਰਦਾ ਕਿ ਤੁਹਾਡੇ ਲਈ ਇੱਕ ਵਧੀਆ ਪ੍ਰੋਗਰਾਮ ਲੈ ਕੇ ਆਵਾਂ। ਅਤੇ ਮੈਂ ਹੁਣ ਇਹ ਜਿਹੜਾ ਲੇਖ ਹੈਗਾ ਇਹ ਸ਼ੁਰੂ ਕਰਦਾ ਜਿਹਦਾ ਮੈਂ ਨਾਂ ਰੱਖਿਆ ਸੀਗਾ ਸੈਲੇਬ੍ਰਿਟੀ ਬਿਗ ਬ੍ਰਦਰ, ਨਸਲਵਾਦ ਅਤੇ ਭਾਰਤੀ ਸਮਾਜ। ਸ਼ਾਇਦ ਤੁਹਾਨੂੰ ਯਾਦ ਹੋਣਾ ਵੀ ਜਿਹੜਾ ਇਹ ਸੈਲੇਬ੍ਰਿਟੀ ਬਿਗ ਬ੍ਰਦਰ ਪ੍ਰੋਗਰਾਮ ਟੈਲੀਵਿਜ਼ਨ 'ਤੇ ਦਿਖਾਇਆ ਜਾਂਦਾ ਸੀ ਅਤੇ ਉਸ ਟਾਈਮ 'ਤੇ ਕਾਫੀ ਰੌਲਾ ਰੱਪਾ ਪਿਆ ਸੀਗਾ। ਬਰਤਾਨੀਆ ਦੇ ਟੈਲੀਵਿਜ਼ਨ ਚੈਨਲ 4 ਦੇ ਸੈਲੇਬ੍ਰਿਟੀ ਬਿਗ ਬ੍ਰਦਰ ਦਾ 28 ਜਨਵਰੀ 2007 ਨੂੰ ਭੋਗ ਪੈ ਗਿਆ ਅਤੇ ਭਾਰਤੀ ਫਿਲਮੀ ਅਦਾਕਾਰਾ ਸ਼ਿਲਪਾ ਸ਼ੈੱਟੀ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ। ਟੀਵੀ ਵਾਲੇ ਕਹਿੰਦੇ ਹਨ ਕਿ ਸ਼ਿਲਪਾ ਨੂੰ 63% ਵੋਟਾਂ ਮਿਲੀਆਂ। ਇਸ ਸੀਰੀਜ਼ ਵਿੱਚ ਇਹ 5ਵਾਂ ਪ੍ਰੋਗਰਾਮ ਸੀ ਅਤੇ ਸਭ ਤੋਂ ਜ਼ਿਆਦਾ ਹਰਮਨ ਪਿਆਰਾ ਵੀ। ਇਸ ਪ੍ਰੋਗਰਾਮ ਦੇ ਇੰਨਾ ਜ਼ਿਆਦਾ ਮਕਬੂਲ ਹੋਣ ਦੇ 2 ਵੱਡੇ ਕਾਰਨ ਮੰਨੇ ਜਾਂਦੇ ਹਨ। ਇੱਕ ਕਿ ਇਹਦੇ ਵਿੱਚ ਪਹਿਲੀ ਵਾਰ ਕਿਸੇ ਭਾਰਤੀ ਨੇ ਸ਼ਮੂਲੀਅਤ ਕੀਤੀ ਸੀ ਅਤੇ ਦੂਜਾ ਇਹ ਕਿ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੀ ਫਿਲਮੀ ਅਦਾਕਾਰਾ ਸ਼ਿਲਪਾ ਸ਼ੈੱਟੀ ਨੂੰ ਨਸਲਵਾਦ ਅਤੇ ਹੋਰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਸਿਰਫ ਭਾਰਤੀ ਲੋਕਾਂ ਹੀ ਨਹੀਂ ਸਗੋਂ ਪਾਕਿਸਤਾਨੀਆਂ ਅਤੇ ਬੰਗਲਾਦੇਸ਼ੀਆਂ ਵੀ ਇਸ ਪ੍ਰੋਗਰਾਮ ਵਿੱਚ ਦਿਲਚਸਪੀ ਦਿਖਾਈ। ਪ੍ਰੋਗਰਾਮ ਉਸ ਵੇਲੇ ਉੱਪਰਲੀ ਮੰਜ਼ਿਲ ਤੱਕ ਪਹੁੰਚ ਗਿਆ ਜਦ ਸ਼ਿਲਪਾ ਨਾਲ ਹੁੰਦੇ ਨਸਲੀ ਵਿਤਕਰੇ ਅਤੇ ਖਾਮਖਾਹ ਪਰੇਸ਼ਾਨ ਕਰਨ ਵਾਲੇ ਸੀਨ ਦਿਖਾਏ ਗਏ। ਇਹਦਾ ਨਤੀਜਾ ਇਹ ਨਿਕਲਿਆ ਕਿ ਬਰਤਾਨੀਆ ਵਿੱਚ ਲੋਕ ਬੁਖਲਾ ਗਏ ਕਿ ਇਹ ਕੌਮੀ ਟੈਲੀਵਿਜ਼ਨ 'ਤੇ ਕੀ ਹੋ ਰਿਹਾ ਸੀ। ਗੱਲ ਬਰਤਾਨਵੀ ਪਾਰਲੀਮੈਂਟ, ਬਰਤਾਨਵੀ ਪ੍ਰਧਾਨ ਮੰਤਰੀ ਅਤੇ ਖਜ਼ਾਨਾ ਮੰਤਰੀ ਗੋਰਡਨ ਬਰਾਊਨ ਤੱਕ ਪਹੁੰਚਣ ਤੋਂ ਬਿਨਾਂ ਬਰਤਾਨੀਆ ਦੀਆਂ ਹੱਦਾਂ ਪਾਰ ਕਰਕੇ ਅੰਤਰਰਾਸ਼ਟਰੀ ਬਣ ਗਈ। ਕਿਸੇ ਹੋਰ ਪ੍ਰੋਗਰਾਮ ਬਾਰੇ ਕਦੇ ਇੰਨਾ ਰੌਲਾ ਨਹੀਂ ਸੀ ਪਿਆ। ਇਸ ਪ੍ਰੋਗਰਾਮ ਅਤੇ ਸ਼ਿਲਪਾ ਨਾਲ ਹੋਏ ਨਸਲਵਾਦੀ ਵਰਤਾਅ ਦੀਆਂ ਗੱਲਾਂ ਦਫ਼ਤਰਾਂ, ਕਾਰਖਾਨਿਆਂ, ਦੁਕਾਨਾਂ, ਪੱਬਾਂ ਅਤੇ ਕਲੱਬਾਂ ਵਿੱਚ ਹੋਣ ਲੱਗ ਪਈਆਂ ਕਿ ਸ਼ਿਲਪਾ ਨਾਲ ਇਹ ਸਰਾਸਰ ਧੱਕਾ ਸੀ ਅਤੇ ਇਸ ਵਰਤਾਵ ਨਾਲ ਦੁਨੀਆ ਵਿੱਚ ਬਰਤਾਨਵੀ ਦਿੱਖ 'ਤੇ ਮਾੜਾ ਅਸਰ ਪਿਆ ਹੈ ਕਿਉਂਕਿ ਬਰਤਾਨਵੀ ਸਰਕਾਰ ਆਪਣੀ ਦਿੱਖ ਇੱਕ ਇਨਸਾਫ ਪਸੰਦ ਅਤੇ ਬਰਾਬਰਤਾ ਵਾਲੀ ਬਣਾਈ ਰੱਖਣਾ ਚਾਹੁੰਦੀ ਹੈ। ਇਹ ਬਿਲਕੁਲ ਇਹ ਪ੍ਰਭਾਵ ਨਹੀਂ ਦੇਣਾ ਚਾਹੁੰਦੀ ਕਿ ਇਹ ਨਸਲਵਾਦੀ ਹੈ ਅਤੇ ਬਰਤਾਨਵੀ ਅੰਗਰੇਜ਼ ਲੋਕ ਜੇਡ ਗੁੱਡੀ ਅਤੇ ਉਹਦੇ ਨਾਲ ਦੀ ਜੁੰਡਲੀ ਵਰਗੇ ਹਨ। ਸ਼ਿਲਪਾ ਨਾਲ ਲੋਕਾਂ ਨੂੰ ਹਮਦਰਦੀ ਹੋ ਗਈ ਅਤੇ ਉਹਦੇ ਜਿੱਤਣ ਦਾ ਇੱਕ ਕਾਰਨ ਇਹ ਹਮਦਰਦੀ ਵੀ ਸਮਝਿਆ ਜਾਂਦਾ ਹੈ। ਦੂਜਾ ਕਾਰਨ ਇਹ ਵੀ ਮੰਨਿਆ ਜਾਂਦਾ ਕਿ ਸਿਆਸੀ ਕਾਰਨਾਂ ਕਰਕੇ ਸ਼ਿਲਪਾ ਨੂੰ ਜਿਤਾਉਣਾ ਇਹਨਾਂ ਦੀ ਮਜਬੂਰੀ ਬਣ ਗਿਆ ਸੀ। ਸ਼ਿਲਪਾ ਨਾਲ ਹੋਏ ਵਰਤਾਵ ਦੇ ਖਿਲਾਫ 40,000 ਤੋਂ ਜ਼ਿਆਦਾ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਸਨ। ਜੇਡ ਗੁੱਡੀ ਅਤੇ ਉਹਦੀ ਜੁੰਡਲੀ ਨੂੰ ਬੜਾ ਨੁਕਸਾਨ ਪਹੁੰਚਾ ਅਤੇ ਉਹਨਾਂ ਨੂੰ ਆਨੇ ਵਾਲੀ ਥਾਂ 'ਤੇ ਲਿਆ ਬਿਠਾਇਆ। ਸ਼ਿਲਪਾ ਨੂੰ 4,75,000 ਪਾਉਂਡ ਤਾਂ ਮਿਲਣਗੇ ਹੀ, ਪਰ ਸ਼ਿਲਪਾ ਦੇ ਨਾਂ ਦੀਆਂ ਗੱਲਾਂ ਹੁਣ ਬਰਤਾਨੀਆ ਦੇ ਘਰ ਘਰ ਵਿੱਚ ਹੋਣ ਲੱਗ ਪਈਆਂ ਸਨ। ਸ਼ਰਤਾਂ ਲਾਉਣ ਵਾਲੇ ਜਿੱਤ ਗਏ ਸਨ ਕਿ ਪ੍ਰੋਗਰਾਮ ਵਿੱਚ ਸ਼ਿਲਪਾ ਹੀ ਜੇਤੂ ਰਹੇਗੀ ਅਤੇ ਇਹ ਵੀ ਉਮੀਦ ਕੀਤੀ ਜਾਂਦੀ ਹੈ ਕਿ ਸ਼ਿਲਪਾ ਨੂੰ ਬਰਤਾਨਵੀ ਅਤੇ ਅਮਰੀਕਨ ਫਿਲਮਾਂ 'ਚ ਰੋਲ ਮਿਲ ਜਾਣ ਅਤੇ ਕਈ ਹੋਰ ਕੰਪਨੀਆਂ ਆਪਣੇ ਇਸ਼ਤਿਹਾਰਾਂ ਲਈ ਸਾਈਨ ਕਰ ਲੈਣ।
इस प्रोग्राम ने जिथे नस्लवाद बारे फिर भाखवी बहस शुरू करती, उत्थे दूजे पासे भारती दिख बारे भी लोग विचार कर लग पे। ये कोई शक नहीं कि जेड गुड्डी और जुंडली का बर्ताव नस्लवादी सी ਅਤੇ शिल्पा के बोलन ढंग एक्सेंट तो बिना भारतीय सभ्याचार से भी टकोरां कीतियां गईयां सन कि भारतीय लोग गंदे मंदे इलाकों स्लम्स में रहिंदे हन ਅਤੇ चाकू शुरू की बजाय हत्थां नाल खांदे हन ਅਤੇ करी नूं सराखड़दे हन आदि। ये कई गल्लां तां निरीਆਂ नस्लवादी हन। बरतानिया विचले भारती, पाकिस्तानी ते बांग्लादेशी रेस्टोरेंटां वैसे आम करके सब रेस्टोरेंट इंडिया नाल ही जोड़े जाते हैं, विच भी ज़्यादातर गोरे गोरियां ही खाण पीण जाते हैं। और फिर ये कहना कि भारतीय भोजन मुश्क मारदा आपा विरोधी गल है, हत्थ नाल खाण वाली गल भी ठीक नहीं। एशियन रेस्टोरेंटां विच गोरे गोरियां हत्थां नाल रोटियां खांदे हन ਅਤੇ इस तो बिना ये अपने सैंडविच हत्थां नाल ही खांदे हन, छुरी कांटे नाल नहीं। एशियन लोगों की तो सगों मर्यादा है कि खाण तो पहलां हत्थां नूं चंगी तरह साफ किया जाता है, पर गोरे गोरियां विच ये आदत आम नहीं है। गंदे मंदे इलाकों में भारतीयों की रहने वाली गल भी ठीक नहीं है, क्योंकि सारे भारतीय खस्ता इलाकों में नहीं रहिंदे। बरतानिया में भी खस्ता इलाके हैं, पर शायद ये इन्ने ज़्यादा गंदे भणदे नहीं हैं जिन्ने कि भारत में। इस प्रोग्राम में उठाए गए मुद्दों वाल देखा जाए तो नस्लवाद वाली गल सब तो ज़्यादा उभर के आती है। ये गल अंग्रेज़ों को कभी बर्दाश्त नहीं होंदी कि उन्होंने नस्लवादी कहा जाए और फिर नस्लवादी होना असभ्यक होने तक संकेत करे। शिल्पा शेट्टी की यह बयानबाजी कि जेड गुड्डी नस्लवादी नहीं सी ठीक नहीं है। शिल्पा बरतानिया में रहिंदी नहीं है और ना ही उन्होंने नस्लवाद के जरासीमां की समझ है कि ये किवें समय और मौके मुताबिक गिरगिट वांग रंग बदल के मार करते हैं। ये भी गल ठीक है कि बरतानिया में रहिंदे सारे एशियन और काले लोग भी इस नस्लवाद बारे पूरी जानकारी नहीं रखते। ये एक किस्म का विशेष विषय है जिहदे बारे डॉक्टरेट लैवल तक पढ़ाइयां कीतियां जांदियां हन ਅਤੇ इस बारे कई विद्वानां दर्जनां किताबां लिखियां हन। सो इस करके किसी आम शहरी लिए इस विषय बारे पूरी सूरी जानकारी होनी ਅਤੇ फिर इस बारे ਉਹਦੇ विचारां नूं ठीक करार दे के गल नूं तूल देनी बिल्कुल गलत है। इस विषय बारे बहुते प्रवासी पंजाबी लेखकों भी पेतली ਜਿਹੀ समझ है ਅਤੇ ਜਦੋਂ ਭਾਰਤ ਵਿੱਚ ਜਾ ਕੇ ਇਹੋ ਜਿਹੇ ਬਿਆਨਬਾਜ਼ੀ ਦਿੰਦੇ ਹਨ ਕਿ ਬਲੈਤ ਵਿੱਚ ਹੁਣ ਨਸਲਵਾਦ ਘਟ ਗਿਆ, ਤਾਂ ਉਹ ਉਹਨਾਂ ਦੀ ਇਸ ਵਿਸ਼ੇ ਬਾਰੇ ਘੱਟ ਸਮਝ ਨੂੰ ਜ਼ਾਹਰ ਕਰਦਾ ਹੈ। शिल्पा शेट्टी की जगह अगर बरतानिया में रहिंदी भारतीय मूल की अदाकारा मीरा सियाल जां गुरिंदर चड्ढा हुंदी तां ओह जेड गुड्डी ते जुंडली नूं सबक सिखा दिंदी। नस्लवाद वितकरे नाल संबंधित है जिहदे विच नफरत की चाशनी घुली हुंदी है ਅਤੇ इस गल्लों भारतीय समाज सब तो ज़्यादा दूषित है। जातां पातां दे नां ते वितकरा ਅਤੇ ਉਹਦੀ चीज़ की मिसाल दुनिया के किसी खिते विच भी है नहीं है। ਇਹਦੇ ਨਾਲ ਹੀ ਔਰਤਾਂ ਅਪਾਹਜ ਲੋਕਾਂ ਇਸੇ ਕਰਕੇ ਧਰਮ ਵਿੱਚ ਕਿਸੇ ਧਰਮ ਵਿੱਚ ਯਕੀਨ ਹੋਣਾ ਜਾਂ ਨਾ ਹੋਣਾ, ਕਾਮ ਬਾਰੇ ਵੱਖਰੀ ਪਹੁੰਚ, ਬੱਚਿਆਂ ਤੇ ਬੁੱਢਿਆਂ ਨਾਲ ਵਿਤਕਰਾ, ਛੜਿਆਂ ਨੂੰ ਤ੍ਰਿਤਕਾਰੀ ਨਜ਼ਰ ਨਾਲ ਦੇਖਣਾ ਅਤੇ ਵਿਧਵਾ ਔਰਤ ਦੀ ਦੁਰਦਸ਼ਾ ਵਰਗੇ ਕੁਝ ਇਹੋ ਜਿਹੇ ਵਰਤਾਰੇ ਹਨ ਜਿੱਥੇ ਭਾਰਤੀ ਸਮਾਜ ਪੱਛਮੀ ਸਮਾਜ ਨਾਲੋਂ ਸੈਂਕੜੇ ਵਰੇ ਪਿੱਛੇ ਹੈ। ਬਰਾਬਰਤਾ ਦੀ ਗੱਲ ਦੀ ਪੂਣੀ ਤਾਂ ਅਸੀਂ ਅਜੇ ਛੂਹੀ ਵੀ ਨਹੀਂ, ਬਸ ਕਾਗਜ਼ੀ ਸ਼ੇਰ ਜ਼ਰੂਰ ਪੈਦਾ ਕਰ ਲਏ ਹਨ। ਜਿਹੜੇ ਕੁਝ ਕਾਨੂੰਨ बना रहे हैं उन्हों की महत्ता उस कागज़ नालों भी घट है जिहदे ते ये कानून लिखे गए हैं। उन्होंने कानूनों को लागू करना तो फिर दिमागी सोच और बर्ताव को बदलना अजे शुरू भी नहीं होया। यही कारण है कि पश्चिमी मुल्कों में इंसान की कदर की जाती है, पर भारत वर्गे पछड़े मुल्क में सैकड़े लोग हर रोज़ मरते हैं, पर उत्थे किसी को कोई परवाह नहीं। अगर कुछ लोगों को 4 पैसे आ गए हैं, कारां कोठियां बन गई हैं, तो यदा मतलब ये नहीं कि भारत ने तरक्की कर ली है। आज़ादी के 70 वरियां बाद भी लोगों की साखरता नहीं बढ़ी, भुख नहीं घटी, सिर लुकाउण लई थां नहीं बनिया ਅਤੇ तन ते चीथड़े लटकते फिरते हैं। भ्रिष्टाचार का बोलबाला है तो हर कोई असुरक्षित महसूस करता है। सियासत नूं डेरियां दे साध निर्धारित करते हैं ਅਤੇ कई मंत्रियों संतरियों का पिछोकड़ जुर्म पेशे नाल है। कदरां कीमतां का यह हाल है कि उन्हां दा कोई ठोस सुधार नहीं रह गया। अपना उल्लू सीधा करने लई लोग कुछ भी कर सकते हैं। सखियां भैणां ਅਤੇ सखी भरावां नूं पति बना के मामियां अपनियां भाणजियां पत्नियां बना के ते कई होर तबादलियां ते धार्मिक रीतां नाल विआह करा के लोग प्रदेशों में पहुंचे हैं। पहलां तां गभरू ही जाली तौर पर जाते सन, पर हुण जवान कुड़ियां नूं भी दलालां नाल लोग तोड़ रहे हैं।
ਇਹ ਦਲਾਲ ਰਾਹ ਵਿੱਚ ਅਤੇ ਫਿਰ ਟਿਕਾਣੇ ਪਹੁੰਚਣ ਤੋਂ ਬਾਅਦ ਵੀ ਉਹਨਾਂ ਦਾ ਹਰ ਤਰ੍ਹਾਂ ਦਾ ਸ਼ੋਸ਼ਣ ਕਰਦੇ ਹਨ। ਜਿੱਥੇ ਪਰਦੇਸੀ ਲਾੜੇ ਆ ਕੇ ਮੁਟਿਆਰਾਂ ਦਾ ਸ਼ੋਸ਼ਣ ਕਰਦੇ ਹਨ, ਉੱਥੇ ਉਹਨਾਂ ਕੇਸਾਂ ਦਾ ਵੀ ਘਾਟਾ ਨਹੀਂ ਹੈ ਜਿੱਥੇ ਬਲੈਤ ਪਹੁੰਚ ਮੁਟਿਆਰਾਂ ਨੇ ਆਪਣੇ ਯਾਰਾਂ ਨੂੰ ਮੰਗਾਉਣ ਅਤੇ ਮਾਂ ਪਿਓ ਨੂੰ ਗੁੰਦੀ ਚਾਲ ਮੁਤਾਬਕ ਪੱਕੇ ਹੋਣ 'ਤੇ ਤਲਾਕ ਕਰ ਦਿੱਤੇ। ਇਹ ਕਿਹੋ ਜਿਹੀਆਂ ਕਦਰਾਂ ਕੀਮਤਾਂ ਹਨ। ਗੁਲਾਮ ਮਾਨਸਿਕਤਾ ਦਾ ਇਹ ਹਾਲ ਆ ਕਿ ਭਾਰਤ ਵਿੱਚ ਅੰਗਰੇਜ਼ੀ ਬੋਲਣਾ ਅਤੇ ਅੰਗਰੇਜ਼ੀ ਪੜ੍ਹਨਾ ਲਿਖਣਾ ਉੱਚੇ ਰੁਤਬੇ ਦੀ ਨਿਸ਼ਾਨੀ ਬਣ ਗਿਆ ਹੈ। ਇੱਥੋਂ ਤੱਕ ਕਿ ਪਾਰਲੀਮੈਂਟ ਵਿੱਚ ਬਹਿਸ ਅਤੇ ਗੱਲਬਾਤ ਵੀ ਅੰਗਰੇਜ਼ੀ ਵਿੱਚ ਹੁੰਦੀ ਹੈ। ਸਾਡੀ ਆਪਣੀ ਸ਼ਨਾਖਤ ਕੀ ਰਹਿ ਗਈ ਹੈ? ਮੈਂ ਆਪਣੇ ਮਹਿਕਮੇ ਅਤੇ ਯੂਨੀਵਰਸਿਟੀ ਵਿੱਚ ਜਲ ਬਰਾਬਰਤਾ ਬਾਰੇ ਟ੍ਰੇਨਿੰਗ ਦਿੰਦਾ ਤਾਂ ਕਈ ਗੋਰੇ ਗੋਰੀਆਂ ਮੈਨੂੰ ਸਵਾਲ ਪੁੱਛਦੇ ਹਨ, ਕੀ ਤੇਰੇ ਆਪਣੇ ਸਮਾਜ ਵਿੱਚ ਕੋਈ ਬਰਾਬਰਤਾ ਹੈ? ਸਾਨੂੰ ਤਾਂ ਬਰਾਬਰਤਾ ਦੀਆਂ ਗੱਲਾਂ ਸਿਖਾਲ ਰਿਹਾ ਅਤੇ ਇਨਸਾਨੀਅਤ ਬਾਰੇ ਦੱਸ ਰਿਹਾ। ਮੇਰੇ ਕੋਲ ਉਹਨਾਂ ਨੂੰ ਦੇਣ ਵਾਲਾ ਕੋਈ ਠੋਸ ਜਵਾਬ ਨਹੀਂ ਹੁੰਦਾ ਅਤੇ ਮੈਂ ਆਪਣੇ ਆਪ ਵਿੱਚ ਗਰਕਿਆ ਹੋਇਆ ਮਹਿਸੂਸ ਕਰਦਾ ਹਾਂ। ਮੈਂ ਜਾਤੀ ਤੌਰ 'ਤੇ ਜਿੰਨਾ ਮਰਜ਼ੀ ਬਰਾਬਰਤਾ ਅਤੇ ਇਨਸਾਨੀਅਤ ਦਾ ਢੰਡੋਰਾ ਪਿੱਟੀ ਜਾਵਾਂ, ਪਰ ਮੇਰਾ ਪਿਛੋਕੜ ਅਤੇ ਮੂਲ ਸਦਾ ਨਾਲ ਰਹਿੰਦਾ ਹੈ। ਇਹ ਨਮੋਸ਼ੀ ਉਸ ਵੇਲੇ ਵੀ ਸਹਾਰਨੀ ਪੈਂਦੀ ਹੈ ਜਦ ਡਾਇਰੈਕਟਰਾਂ ਅਤੇ ਹੋਰ ਸੀਨੀਅਰ ਅਫਸਰਾਂ ਨਾਲ ਬਰਾਬਰਤਾ ਦੀਆਂ ਪਾਲਿਸੀਆਂ ਬਾਰੇ ਗੱਲ ਤੋਰੀ ਜਾਂਦੀ ਹੈ। ਪੰਜਾਬੀ 'ਚ ਕਹਿੰਦੇ ਹਨ ਕਿ ਬੈਠਕਾ ਕੀਲੇ ਦੇ ਜ਼ੋਰ 'ਤੇ ਤਿੰਗੜਦਾ, ਪਰ ਸਾਡਾ ਕੀਲਾ ਹੀ ਕੌਣ ਖਾਧਾ ਹੈ। ਜੋ ਸੁੱਖ ਆਰਾਮ ਦੀਆਂ ਚੀਜ਼ਾਂ ਅਸੀਂ ਹਰ ਰੋਜ਼ ਵਰਤਦੇ ਹਾਂ, ਉਹਨਾਂ ਵਿੱਚੋਂ ਭਾਰਤੀਆਂ ਨੇ ਕਿੰਨੀਆਂ ਖੋਜਾਂ ਕੀਤੀਆਂ ਹਨ। ਗੱਲ ਘਰ ਤੋਂ ਹੀ ਸ਼ੁਰੂ ਕਰਦੇ ਹਾਂ। ਘਰ ਵਿੱਚ ਟੈਲੀਵਿਜ਼ਨ, ਰੇਡੀਓ, ਵੀਡੀਓ, DVD, ਟੈਲੀਫੋਨ, ਘੜੀ, ਕਾਰ, ਗੈਸ ਕੁੱਕਰ, ਬਿਜਲੀ, ਫਰਿੱਜ, ਕੱਪੜੇ ਧੋਣ ਅਤੇ ਪਲੇਟਾਂ ਧੋਣ ਵਾਲੀ ਮਸ਼ੀਨ ਹੈ ਅਤੇ ਹੋਰ ਬਹੁਤ ਕੁਛ ਹੈ। ਇਹ ਸਭ ਸੁੱਖ ਆਰਾਮ ਵਾਲੀਆਂ ਚੀਜ਼ਾਂ ਪੱਛਮੀ ਲੋਕਾਂ ਨੇ ਬਣਾਈਆਂ ਹਨ, ਭਾਰਤੀਆਂ ਨੇ ਨਹੀਂ। ਪਾਣੀ ਵਾਲੇ ਜਹਾਜ਼ ਅਤੇ ਹਵਾਈ ਜਹਾਜ਼, ਰੇਲ ਗੱਡੀਆਂ ਵੀ ਇਹਨਾਂ ਨੇ ਪੈਦਾ ਕੀਤੀਆਂ, ਅਸੀਂ ਨਹੀਂ। ਅਸੀਂ ਸਿਰਫ ਮੰਦਰਾਂ, ਗੁਰਦੁਆਰਿਆਂ, ਮਸੀਤਾਂ ਅਤੇ ਗਿਰਜਿਆਂ 'ਚ ਟੱਲੀਆਂ ਖੜਕਾਈਆਂ ਅਤੇ ਢੋਲਕੀਆਂ ਛਣੇ ਵਜਾਏ ਅਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੈ। ਸੱਭਿਆਚਾਰਕ ਨੁਕਸਾਂ ਨੂੰ ਉਨੀ ਦੇਰ ਠੀਕ ਨਹੀਂ ਕੀਤਾ ਜਾ ਸਕਦਾ ਜਿੰਨੀ ਦੇਰ ਅਸੀਂ ਉਹਨਾਂ ਵੱਲ ਪੜਚੋਲਵੀਂ ਨਜ਼ਰ ਨਾਲ ਚੀਰ-ਫਾੜ ਨਹੀਂ ਕਰਦੇ ਅਤੇ ਫਿਰ ਮਾਨਸਿਕਤਾ ਨੂੰ ਬਦਲਣ ਲਈ ਪ੍ਰੋਗਰਾਮ ਨਹੀਂ ਉਲੀਕਦੇ। ਜੇਕਰ ਅਸੀਂ ਅਗਲਾ ਜਨਮ ਸਫਲਾ ਕਰਨ ਦੇ ਗਧੀ ਗੇੜ ਵਿੱਚ ਪੈ ਰਿਹਾ ਹੈ ਤਾਂ ਸੱਭਿਆਚਾਰ ਵਿੱਚ ਹੋਰ ਨਿਘਾਰ ਆਵੇਗਾ। ਸ਼ਾਇਦ ਇਹੀ ਕਾਰਨ ਹੈ ਕਿ ਭਾਰਤ ਵਿੱਚ ਬਾਬਿਆਂ ਸਾਧਾਂ ਦੀਆਂ ਧਾੜਾਂ ਦਿਨ ਬ ਦਿਨ ਵੱਧ ਰਹੀਆਂ ਹਨ ਅਤੇ ਡੇਰਿਆਂ ਦੀ ਤੂਤੀ ਬੋਲ ਰਹੀ ਹੈ। ਜੇਕਰ ਅਸੀਂ ਆਪਣੇ ਆਪ ਨੂੰ ਜੰਮਦੇ ਹੀ ਗੁਨਾਹਗਾਰ ਸਮਝਣ ਲੱਗ ਪੈਂਦੇ ਹਾਂ ਤਾਂ ਆਤਮ ਵਿਸ਼ਵਾਸ ਅਤੇ ਆਪਣੀ ਹੋਂਦ ਬਾਰੇ ਫਖਰ ਕਿੱਥੋਂ ਆ ਸਕਦਾ ਹੈ? ਧਾਰਮਿਕ ਸਥਾਨਾਂ 'ਤੇ ਮੱਥਾ ਟੇਕਣ ਅਤੇ ਕੁਝ ਪੈਸੇ ਚਾਹਣ ਤੋਂ ਬਾਅਦ ਸਿਫਾਰਿਸ਼ ਦੀ ਚਿੱਠੀ ਖੋਲ੍ਹ ਦਿੱਤੀ ਜਾਂਦੀ ਹੈ ਕਿ ਮੇਰਾ ਆਹ ਕੰਮ ਠੀਕ ਹੋ ਜਾਵੇ, ਫਲਾਣੀ ਗੱਲ ਸਿਰੇ ਚੜ੍ਹ ਜਾਵੇ। ਕਿਸੇ ਅਦਿੱਖ ਸ਼ਕਤੀ ਜਿਹਦੀ ਅਜੇ ਤੱਕ ਵਿਗਿਆਨ ਦੀ ਕਸਵੱਟੀ 'ਤੇ ਹੋਂਦ ਸਾਬਤ ਨਹੀਂ ਹੋ ਸਕੀ, ਮੋਹਰੇ ਲੇਲੜੀਆਂ ਕੱਢਣਾ ਅਤੇ ਆਸ ਰੱਖਣਾ ਵੱਡੀ ਦਿਨ 'ਤੇ ਭ੍ਰਿਸ਼ਟਾਚਾਰ ਦੀ ਪਹਿਲੀ ਪੌੜੀ ਹੈ। ਪੱਛਮੀ ਮੁਲਕਾਂ ਦੇ ਲੋਕ ਇਹਨਾਂ ਵਰਤਾਰਿਆਂ ਦੀ ਤਰਕ ਅਤੇ ਵਿਗਿਆਨ ਦੇ ਜ਼ਰੀਏ ਪੜਤਾਲ ਕਰਨ ਤੋਂ ਬਾਅਦ ਨਤੀਜੇ ਕੱਢੇ ਹਨ ਕਿ ਸਾਨੂੰ ਇਹੋ ਜਿਹੀਆਂ ਕਰਤਾਰੀ ਸ਼ਕਤੀਆਂ ਦੀ ਲੋੜ ਨਹੀਂ। ਇਸੇ ਗੱਲ ਨੇ ਉਹਨਾਂ ਦੇ ਮਨੋਬਲ ਨੂੰ ਠੁੰਮਣਾ ਦਿੱਤਾ ਅਤੇ ਆਪਣੇ ਆਪ ਨੂੰ ਤਾਕਤਵਰ ਬਣਾਇਆ। ਇਹਨਾਂ ਆਪਣੇ ਸੱਭਿਆਚਾਰ ਵਿੱਚ ਬਰਾਬਰਤਾ ਲਿਆਂਦੀ, ਇਨਸਾਨੀ ਕਦਰਾਂ ਕੀਮਤਾਂ ਦੀ ਗੱਲ ਕਰਕੇ ਉਹਨੂੰ ਜਾਤੀ ਆਜ਼ਾਦੀ ਨਾਲ ਲਪੇਟਿਆ ਅਤੇ ਉਹਦੀ ਰਾਖੀ ਲਈ ਕਾਨੂੰਨ ਬਣਾ ਕੇ ਉਹਨਾਂ ਦੀ ਪਾਲਣਾ ਵੀ ਕੀਤੀ। ਪੱਛਮੀ ਸਮਾਜ ਇਹਨਾਂ ਦੇ ਚਿੰਤਕਾਂ ਅਤੇ ਇਨਸਾਨੀਅਤ ਆਜ਼ਾਦੀ ਨਾਲ ਮੋਹ ਰੱਖਣ ਵਾਲੇ ਲੋਕਾਂ ਦੀ ਜੱਦੋਜਹਿਦ ਦਾ ਨਤੀਜਾ ਹੈ। ਇਹ ਲੋਕ ਆਪਣੇ ਦਿਮਾਗ ਦੇ ਸਭ ਰੱਖਣਿਆਂ ਨੂੰ ਵਰਤਦੇ ਹਨ ਅਤੇ ਸਿਰਫ ਇੱਕ ਹੀ ਕਿਤਾਬ ਜਾਂ ਫਿਲਾਸਫੀ 'ਤੇ ਟੇਕ ਨਹੀਂ ਰੱਖਦੇ। ਵੈਸੇ ਵੀ ਇੱਕ ਹੀ ਕਿਤਾਬ, ਗ੍ਰੰਥ ਪੜ੍ਹਨ ਪੜ੍ਹਾਉਣ ਅਤੇ ਉਹਨਾਂ ਨੂੰ ਆਪਣੀ ਅਮਲੀ ਜ਼ਿੰਦਗੀ ਵਿੱਚ ਸੇਧ ਮੰਨਣ ਵਾਲੇ ਅਜੇ ਤੱਕ ਨਿਰਦਈ, ਮਗਰੂਰ, ਜ਼ਾਲਮ, ਖਤਰਨਾਕ ਅਤੇ ਬਰਾਬਰੀ ਦੇ ਹੱਕਾਂ ਤੋਂ ਵੰਚਿਤ ਦੇਖੇ ਗਏ ਹਨ। ਇਹ ਕਿਤਾਬ ਧਾਰਮਿਕ ਵੀ ਹੋ ਸਕਦੀ ਹੈ ਅਤੇ ਗੈਰ ਧਾਰਮਿਕ ਵੀ। ਤਰਕ ਅਤੇ ਵਿਗਿਆਨ ਦਾ ਪੱਲਾ ਛੱਡਿਆਂ ਸਾਡੀ ਸ਼ਖਸੀਅਤ ਅਤੇ ਦਿਮਾਗੀ ਸ਼ਕਤੀ ਫੁੱਲ ਵਾਂਗ ਸਭ ਪਾਸਿਆਂ ਤੋਂ ਖਿੜ ਨਹੀਂ ਸਕਦੀ। ਜਦੋਂ ਕਿੰਤੂ ਪਰੰਤੂ ਕਰਨ ਦਾ ਗਲਾ ਘੁੱਟ ਦਿੱਤਾ ਜਾਵੇ, ਉਹ ਸਮਾਂ ਕਿਸੇ ਵੀ ਤਰੱਕੀ ਦੇ ਵਿਸਰਾਮ ਚਿੰਨ੍ਹ ਲਾਉਣ ਵਾਲਾ ਹੁੰਦਾ ਹੈ। ਕਿਉਂ, ਕਿਵੇਂ, ਕਿੱਦਾਂ ਅਤੇ ਕਿੱਥੇ ਵਰਗੇ ਸ਼ਬਦ ਸਾਨੂੰ ਘੋਖਣ ਲਾਉਂਦੇ ਹਨ ਅਤੇ ਇਹ ਸ਼ਬਦ ਸਾਡੇ ਦਿਮਾਗਾਂ 'ਚ ਸੋਚਾਂ ਦੀਆਂ ਨਵੀਆਂ ਤਰੰਗਾਂ ਛੇੜਦੇ ਹਨ। ਅਸੀਂ ਕਈ ਵਾਰ ਆਪਣੇ ਵਰਤਾਅ ਬਾਰੇ ਜਾਣੂ ਨਹੀਂ ਹੁੰਦੇ ਅਤੇ ਸਾਨੂੰ ਆਪਣੇ ਨੁਕਸਾਂ ਬਾਰੇ ਸੱਚਾ ਹਮਦਰਦੀ ਪਿਆਰ ਨਾਲ ਜਤਾ ਸਕਦਾ। ਦੁਸ਼ਮਣ ਉਹਨਾਂ ਨੁਕਸਾਂ ਨੂੰ ਲੈ ਕੇ ਖਿੱਲੀ ਉਡਾਏਗਾ। ਸੈਲੇਬ੍ਰਿਟੀ ਬਿਗ ਬ੍ਰਦਰ ਪ੍ਰੋਗਰਾਮ ਇਨਸਾਨੀ ਵਰਤਾਅ ਬਾਰੇ ਇੱਕ ਮਨੋਵਿਗਿਆਨਕ ਤਜਰਬਾ ਹੈ ਜਿਹੜਾ ਮੌਲਿਕ ਤੌਰ 'ਤੇ ਜੋਰਜ ਔਰਵੈਲ ਦੇ ਨਾਵਲ 1984 'ਤੇ ਆਧਾਰਿਤ ਹੈ। ਇਹੋ ਜਿਹਾ ਵਰਤਾਵ ਪ੍ਰੋਗਰਾਮ ਵਿੱਚ ਦਿਖਾਇਆ ਗਿਆ। ਇਹ ਕੋਈ ਅਲੋਕਾਰੀ ਗੱਲ ਨਹੀਂ ਹੈ। ਅਸੀਂ ਇਹੋ ਜਿਹੇ ਵਰਤਾਵ ਨੂੰ ਆਪਣੇ ਰਿਸ਼ਤੇਦਾਰਾਂ, ਫੈਕਟਰੀਆਂ, ਦੁਕਾਨਾਂ, ਸਟੋਰਾਂ, ਦਫ਼ਤਰਾਂ ਅਤੇ ਹੋਰ ਥਾਵਾਂ 'ਤੇ ਲਾਗੂ ਕਰ ਸਕਦੇ ਹਾਂ ਕਿ ਜਦ ਲੋਕ ਇਕੱਠੇ ਹੁੰਦੇ ਹਨ ਤਾਂ ਕਿਹੋ ਜਿਹਾ ਵਰਤਾਵ ਕਰਦੇ ਹਨ। ਸਾਨੂੰ ਲੋਕਾਂ ਦੇ ਵਰਤਾਵ ਦੀ ਅਸਲੀਅਤ ਕਈ ਵਾਰੀ
ਕਈ ਵਰ੍ਹੇ ਬੀਤ ਜਾਣ ਬਾਅਦ ਪਤਾ ਲੱਗਦੀ ਹੈ ਅਤੇ ਅਸੀਂ ਧੋਖੇ ਵਿੱਚ ਹੀ ਸਮਾਂ ਗੁਜ਼ਾਰ ਜਾਂਦੇ ਹਾਂ। ਇਹ ਮਨੋਵਿਗਿਆਨਕ ਤਜਰਬਾ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਅਸੀਂ ਕਿਹੋ ਜਿਹਾ ਵਰਤਾਵ ਕਰੀਏ ਜਿਹਦੇ ਨਾਲ ਦੂਜੇ ਇਨਸਾਨ ਨੂੰ ਦੁੱਖ ਨਾ ਪਹੁੰਚੇ। ਇਸ ਪ੍ਰੋਗਰਾਮ ਨੇ ਇਹ ਗੱਲ ਵੀ ਬਾਹਰ ਲਿਆਂਦੀ ਕਿ ਅਸੀਂ ਕਿਹੋ ਜਿਹੀਆਂ ਕੁਝ ਚਾਲਾਂ ਚੱਲਦੇ ਹਾਂ ਅਤੇ ਪਿੱਠ ਪਿੱਛੇ ਕੀ ਕਹਿੰਦੇ ਹਾਂ। ਸਾਡਾ ਵਰਤਾਵ ਵੀ ਸਾਡੀ ਸ਼ਖਸੀਅਤ ਅਤੇ ਸੱਭਿਆਚਾਰ ਬਣਾਉਂਦਾ ਹੈ ਅਤੇ ਵਰਤਾਵ ਵੀ ਸਾਡੀ ਸ਼ਨਾਖਤ ਬਾਰੇ ਚਾਨਣਾ ਪਾਉਂਦਾ ਹੈ। ਸਾਡੇ ਸਮੁੱਚੇ ਵਰਤਾਵ ਦੀ ਹੀ ਦੇਣ ਹੁੰਦੀ ਹੈ ਕਿ ਅਸੀਂ ਜਾਤਾਂ ਪਾਤਾਂ, ਲਿੰਗ, ਨਸਲ, ਵਿਸ਼ਵਾਸ, ਕਾਮ, ਅਪਾਹਜਤਾ ਆਦਿ ਦੇ ਆਧਾਰ 'ਤੇ ਨਫ਼ਰਤਾਂ ਕਰਨ ਲੱਗ ਪੈਂਦੇ ਹਾਂ ਅਤੇ ਇੱਕ ਸ਼ਨਾਖਤੀ ਸੱਭਿਆਚਾਰ ਹੋਂਦ ਵਿੱਚ ਲੈ ਆਉਂਦੇ ਹਾਂ। ਇਹ ਨਫ਼ਰਤਾਂ ਫਿਰ ਲੋਕਾਂ ਦਾ ਸਰੀਰਕ ਅਤੇ ਮਾਨਸਿਕ ਘਾਣ ਕਰਦੀਆਂ ਹਨ। ਇਹਨਾਂ ਨਫ਼ਰਤਾਂ ਦਾ ਸਫਾਇਆ ਕਰਨ ਲਈ ਫਿਰ ਲੋਕ ਹਿੱਤੋਂ ਅਤੇ ਇਨਸਾਨੀਅਤ ਆਜ਼ਾਦੀ ਦੇ ਚਾਨਣ ਮੁਨਾਰਿਆਂ ਨੂੰ ਸਾਰੀ ਹਯਾਤੀ ਜਦੋਜਹਿਦ ਕਰਨੀ ਪੈਂਦੀ ਹੈ। ਨਫ਼ਰਤਾਂ ਦੇ ਸਮੁੰਦਰ ਨੂੰ ਰੜਕਣ ਲਈ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਨ ਅਤੇ ਕੁਰਬਾਨੀਆਂ ਦੇਣ ਵਾਲੇ ਸਾਡੇ ਹੀਰੋ ਬਣ ਜਾਂਦੇ ਹਨ, ਜਿਨ੍ਹਾਂ ਤੋਂ ਇਸ ਜ਼ਹਿਰ ਨੂੰ ਖਤਮ ਕਰਨ ਲਈ ਸਾਨੂੰ ਉਤਸ਼ਾਹ ਅਤੇ ਹੌਸਲਾ ਮਿਲਦਾ ਹੈ। ਜਿਸ ਤਰ੍ਹਾਂ ਕਿਣਕਾ ਕਿਣਕਾ ਕਰਕੇ ਸਮੁੰਦਰ ਭਰਦਾ ਹੈ, ਉਸੇ ਤਰ੍ਹਾਂ ਹੀ ਜਾਤੀ ਤੌਰ 'ਤੇ ਅਸੀਂ ਆਪਣਾ ਯੋਗਦਾਨ ਵੀ ਪਾ ਸਕਦੇ ਹਾਂ ਕਿ ਬਰਾਬਰਤਾ, ਇਨਸਾਨੀਅਤ ਅਤੇ ਜਾਤੀ ਆਜ਼ਾਦੀ ਦੀ ਪੌੜੀ ਕਿਵੇਂ ਚੜ੍ਹਿਆ ਜਾ ਸਕਦਾ ਅਤੇ ਸਾਡੇ ਜੀਵਨ ਦੀ ਇਹ ਹੀ ਸਭ ਤੋਂ ਵੱਡੀ ਪ੍ਰਾਪਤੀ ਹੋ ਨਿਬੜੇਗੀ। ਮੈਂ ਚਾਹੁੰਦਾ ਕਿ ਮੇਰੇ ਜਾਣ ਤੋਂ ਬਾਅਦ ਮੈਨੂੰ ਲੋਕ ਦੋ ਗੱਲਾਂ ਕਰਕੇ ਯਾਦ ਕਰਨ। ਇੱਕ ਕਿ ਮੈਂ ਜਾਤੀ ਤੌਰ 'ਤੇ ਆਪਣੇ ਅਮਲੀ ਜੀਵਨ ਅਤੇ ਲਿਖਤਾਂ ਰਾਹੀਂ ਬੇਇਨਸਾਫੀਆਂ ਖਿਲਾਫ ਡਟਿਆ ਰਿਹਾ ਅਤੇ ਇਨਸਾਨੀਅਤ ਬਰਾਬਰਤਾ ਲਿਆਉਣ ਲਈ ਜਦੋਜਹਿਦ ਕੀਤੀ। ਦੂਜਾ ਕਿ ਮੈਂ ਆਪਣੀ ਲਿਖਤਾਂ ਰਾਹੀਂ ਉਹਨਾਂ ਲੋਕਾਂ ਨੂੰ ਆਵਾਜ਼ ਦਿੱਤੀ ਜਿਨ੍ਹਾਂ ਦੀ ਆਵਾਜ਼ ਆਮ ਲੋਕਾਂ ਤੱਕ ਨਹੀਂ ਸੀ ਪਹੁੰਚ ਸਕੀ। ਮੈਂ ਚਾਹੁੰਦਾ ਕਿ ਮੈਂ ਅਗਰ ਇਹਨਾਂ ਆਪਣੇ ਦੋ ਮਕਸਦਾਂ ਵਿੱਚ ਸਫਲ ਹੋ ਜਾਂਦਾ ਤਾਂ ਜ਼ਿੰਦਗੀ ਦੀ ਇੱਕ ਪ੍ਰਾਪਤੀ ਹੋਵੇਗੀ। ਕੀ ਤੁਸੀਂ ਆਪਣੀ ਜ਼ਿੰਦਗੀ ਦਾ ਕੋਈ ਲਕਸ਼ ਬਣਾਇਆ ਹੈ ਜਿਸ ਦੇ ਨਾਲ ਦੁਨੀਆ ਹੋਰ ਖੂਬਸੂਰਤ ਬਣ ਸਕੇ? ਇਹ ਤਾਂ ਸੀ ਜੀ ਮੇਰਾ ਇਹ ਲੇਖ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ। ਅਤੇ ਹੁਣ ਮੈਂ ਤੁਹਾਡੇ ਟੈਲੀਫੋਨ ਕਾਲਸ ਦੀ ਵੇਟ ਕਰ ਰਿਹਾ ਅਤੇ ਤੁਸੀਂ ਜਿਹੜਾ ਹੈਗਾ ਉਹ ਟੈਲੀਫੋਨ ਜਿਹੜਾ ਕਮਾ ਸਕਦੇ ਆ 0300। ਹਾਂਜੀ, ਹੈਲੋ ਜੀ, ਕੌਣ ਤੇ ਕਿੱਥੋਂ ਬੋਲਦੇ ਆ ਜੀ? ਗੁੱਡ ਇਵਨਿੰਗ ਡਾਕਟਰ ਸਾਹਿਬ, ਗਗਨ ਬੋਲ ਰਿਹਾ ਕਵੈਂਟਰੀ ਤੋਂ। ਡਾਕਟਰ ਸਾਹਿਬ, ਹਾਂਜੀ ਗਗਨ ਜੀ, ਕਵੈਂਟਰੀ ਤੋਂ ਕੀ ਕਹਿਣਾ ਚਾਹੋਗੇ ਗਗਨ ਸਾਹਿਬ? ਡਾਕਟਰ ਸਾਹਿਬ, ਜਿਹੜੀ ਇਹ ਸਮੱਸਿਆ ਨਾ ਇੱਕ ਜਗ੍ਹਾ ਦੀ ਨਹੀਂ ਹੈਗੀ। ਹਾਂਜੀ ਦੇਖੋ, ਇਹ ਅਸਲ ਦੇ ਵਿੱਚ ਗੱਲ ਇਹ ਆ ਕਿ ਜਿਹੜਾ ਬੰਦਾ ਤਕੜਾ ਜਾਂ ਵੱਡਾ ਕਰੀਏ, ਅਮੀਰ ਕਰੀਏ, ਹਾਂਜੀ ਉਹ ਕਦੀ ਵੀ ਨਹੀਂ ਚਾਹੁੰਦਾ ਕਿ ਜਿਹੜਾ ਛੋਟਾ ਬੰਦਾ ਜਾਂ ਘੱਟ ਜਿਹਦੇ ਕੋਲ ਪੈਸਾ ਉਹ ਸਾਡੇ ਬਰਾਬਰ ਹੋਵੇ। ਮੇਰੇ ਖਿਆਲ ਦੇ ਨਾਲ ਇੱਕ ਹਿਊਮਨ ਟੈਂਡੈਂਸੀ ਆ ਕਿ ਜਿਹੜਾ ਰਾਜ ਕਰਦਾ ਉਹਨੂੰ ਰਾਜ ਕਰਾਉਣ ਵਾਲੇ ਬੰਦੇ ਚਾਹੀਦੇ ਹਮੇਸ਼ਾ। ਹਾਂਜੀ ਇਹ ਗੱਲ ਜਦੋਂ ਆਪਾਂ ਬਰਤਾਨੀਆ ਦੀ ਕਰ ਲਈਏ ਤਾਂ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਇਹਨਾਂ ਨੇ ਦੁਨੀਆ ਤੇ ਰਾਜ ਕੀਤਾ ਇਹੀ ਕਾਰਨ ਸੀਗਾ। ਉਹ ਇਹਨਾਂ ਦੇ ਨਾ ਹਾਲੇ ਵੀ ਮਾਈਂਡ ਵਿੱਚ ਫਸਿਆ ਹੋਇਆ ਕਿ ਅਸੀਂ ਤਕੜੇ ਸਭ ਤੋਂ। ਹਾਂਜੀ ਅੱਜ ਕੱਲ੍ਹ ਅਮਰੀਕਾ ਦੇ ਵੀ ਇਹੀ ਗੱਲ ਫਸੀ ਹੋਈ ਨਾ। ਅਮਰੀਕਾ ਇਹ ਸੋਚਦਾ ਕਿ ਮੈਂ ਸੁਪਰ ਪਾਵਰ ਹਾਂ ਬਸ। ਜੋ ਅੱਜ ਇੰਡੀਆ ਦੇ ਵਿੱਚ ਹੋਇਆ ਸਭ ਨੂੰ ਪਤਾ ਕਿ ਜੋ ਮੋਦੀ ਨਾਲ ਹੋਇਆ ਜਾਂ ਹੋ ਰਿਹਾ, ਇੱਕ ਬੰਦੇ ਦੀ ਮੂਰਖਤਾ ਦੇ ਕਰਕੇ ਸਾਰੀ ਦੁਨੀਆ ਮਰ ਰਹੀ ਉੱਥੇ। ਸੋ ਇਹ ਗੱਲ ਤੁਹਾਡੀ ਬਿਲਕੁਲ ਸਹੀ ਆ ਵੀ ਜਿਹੜਾ ਨਾ ਇਹ ਨਸਲੀ ਭੇਦਭਾਵ ਆ ਜਾਂ ਜਾਤੀਵਾਦ ਆ, ਇਹ ਸਾਰੀ ਹੈਗੀ ਗੱਲ ਹੋਈ ਲੈਵਲ ਕੀ ਆਪਾਂ ਕਰ ਦਿੰਦੇ ਡਾਕਟਰ ਸਾਹਿਬ ਨੂੰ ਸਟੇਟਸ ਪ੍ਰੋਬਲਮ ਆ। ਹਾਂਜੀ ਲੋਕੀ ਆਪਣੇ ਸਟੇਟਸ ਨੂੰ ਬਰਕਰਾਰ ਰੱਖਣ ਲਈ ਦੂਜੇ ਨੂੰ ਏਦਾਂ ਹਰਾਸ਼ ਕਰਦੇ ਆ। ਹਾਂਜੀ ਬਾਕੀ ਰਹੀ ਗੱਲ ਜਿਹੜੀ ਹੈਗੀ ਆ ਧਰਮ ਦੀ ਜਾਂ ਜਿਹੜੀ ਸਪਿਰਿਚੁਅਲਿਟੀ ਦੀ ਗੱਲ ਹੈ, ਮੇਰੇ ਖਿਆਲ ਦੇ ਨਾਲ ਮੇਰਾ ਆਪਣੀ ਸੋਚ ਕਹਿੰਦੀ ਆ ਕਿ ਜਿਹੜੇ ਗੁਰੂ ਪੀਰ ਪੈਗੰਬਰ ਹੋਏ ਨਾ ਉਹ ਸਭ ਨੇ ਇਹੀ ਕਿਹਾ ਕਿ ਆਪਣੇ ਮਾਈਂਡ ਨੂੰ ਸਮਝੋ, ਆਪਣੇ ਮਾਈਂਡ ਨੂੰ ਵਰਤੋ। ਪਰ ਆਪਾਂ ਗਗਨ ਜੀ ਉਹਨਾਂ ਦੀ ਗੱਲ ਕੋਈ ਮੰਨੀ ਤਾਂ ਹੈ ਨਹੀਂ। ਮੰਨਣ ਦੀ ਸਾਨੂੰ ਮੰਨਣ ਦਿੱਤੀ ਕਿੰਨੇ ਡਾਕਟਰ ਸਾਹਿਬ? ਦੇਖੋ, ਜਿਹੜੇ ਸਾਡੇ ਸਿਖਾਉਣ ਵਾਲੇ ਸੀ ਉਹੀ ਗਲਤ ਆ ਤਾਂ ਅਸੀਂ ਮੰਨੀਏ ਕਿੱਦਾਂ? ਜਦੋਂ ਇੱਕ ਅਨਪੜ੍ਹ ਬੰਦਾ ਤੁਹਾਡੇ ਮੂਹਰੇ ਲੀਡਰ ਬਣ ਜਾਵੇ ਤਾਂ ਤੁਸੀਂ ਕਿੱਦਾਂ ਸਮਝ ਸਕੋਗੇ? ਦੱਸੋ ਮੈਨੂੰ। ਸਾਰੇ ਧਰਮ ਜਿਹੜੇ ਅਨਪੜ੍ਹ ਲੋਕਾਂ ਦੇ ਹੱਥ ਵਿੱਚ ਆਏ ਹੋਏ ਆ। ਮੈਨੂੰ ਲੱਗਦਾ ਬਹੁਤ ਲੋਕੀ ਗੁੱਸਾ ਕਰੂਗੇ, ਪਰ ਗੁੱਸੇ ਵਾਲੀ ਗੱਲ 'ਚ ਕੋਈ ਨਹੀਂ ਹੈ। ਕਿਸੇ ਪੜ੍ਹੇ ਲਿਖੇ ਬੰਦੇ ਨੂੰ ਮੁੱਖ ਕੋਈ ਦਿੰਦਾ ਹੀ ਨਹੀਂ। ਤੇ ਗਗਨ ਜੀ, ਇਹਦਾ ਫਿਰ ਤੁਸੀਂ ਸੋਲੂਸ਼ਨ ਕੀ ਦੇਖਦੇ ਹੈਗੇ ਆ? ਡਾਕਟਰ ਸਾਹਿਬ, ਜੋ ਤੁਸੀਂ ਕਿਹਾ ਤੁਸੀਂ ਲੱਗੇ ਹੋਏ ਆ, ਮੈਂ ਵੀ ਇੱਦਾਂ ਕਾਫੀ ਸਾਲਾਂ ਤੋਂ ਲੱਗਾ ਹੋਇਆ ਇਸੇ ਕੰਮ ਦੁਆਲੇ ਹੀ ਆ। ਅੱਛਾ, ਥੈਂਕ ਯੂ। ਜਦ ਤੱਕ ਹੈਗੇ ਆਪਾਂ ਇਹ ਕੰਮ ਕਰੀ ਜਾਣਾ, ਕੋਈ ਗੱਲ ਨਹੀਂ। ਕੋਈ ਇੱਕ ਬੰਦਾ ਲੱਗੂਗਾ, ਠੀਕ ਹੈ ਜੀ, ਠੀਕ ਆ। ਸਾਨੂੰ ਹਜ਼ਾਰਾਂ ਨਹੀਂ ਚਾਹੀਦੇ, ਸਾਨੂੰ ਇੱਕ ਅੱਧਾ ਬੰਦਾ ਚਾਹੀਦਾ ਜਿਹੜਾ ਗੱਲ ਸਮਝ ਕੇ ਤੇ ਚੇਂਜ ਲਿਆਵੇ। ਠੀਕ ਹੈ ਜੀ, ਠੀਕ ਹੈ ਗਗਨ ਜੀ, ਠੀਕ ਹੈ ਨਾ। ਬਹੁਤ ਉਮਦਾ ਜਾਣੀ ਕਿ ਵਿਚਾਰ ਹੈਗੇ ਆ। ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ। ਤੁਹਾਡਾ ਨਾ ਤੁਸੀਂ ਜਾਗਰੂਕ ਲੋਕਾਂ ਨੂੰ ਕਰ ਰਹੇ ਵਧੀਆ ਕਰੀ ਜਾਓ, ਇੱਦਾਂ ਵਧੀਆ ਪ੍ਰੋਗਰਾਮ ਹੈ। ਓਕੇ, ਥੈਂਕ ਯੂ ਗਗਨ ਜੀ, ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਗਗਨ ਹੋਣੀ ਜਿਹੜੇ ਕਵੈਂਟਰੀ ਤੋਂ ਸੀ।
ਤੇ ਤੁਸੀਂ ਵੀ ਜਿਹੜਾ ਟੈਲੀਫੋਨ ਕਾਲ ਕਰਕੇ ਜਿਹੜਾ ਸਾਡੇ ਨਾਲ ਸੰਵਾਦ ਰਚਾ ਸਕਦੇ ਆ, ਕਿਉਂਕਿ ਮੈਂ ਕਈ ਨੁਕਤੇ ਜਿਹੜੇ ਹੈਗੇ ਇਸ ਲੇਖ ਦੇ ਵਿੱਚ ਉਠਾਏ ਹੈ। ਜਿਹੜਾ ਨਸਲਵਾਦ ਸਾਨੂੰ ਇਸ ਮੁਲਕ ਵਿੱਚ ਜਿਹੜਾ ਸਾਹਮਣਾ ਕਰਨਾ ਪੈਂਦਾ, ਤੇ ਜੋ ਕੁਛ ਸਾਡੇ ਆਪਣੇ ਸਮਾਜ ਵਿੱਚ ਜਾਣੀ ਕਿ ਹੋ ਰਿਹਾ ਹੈਗਾ, ਉਹਦੇ ਬਾਰੇ ਵੀ ਮੈਂ ਗੱਲ ਕੀਤੀ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹੈਲੋ ਡਾਕਟਰ ਸਾਹਿਬ, ਨਮਸਕਾਰ। ਜੈ ਭੀਮ ਤੇ ਜੈ ਭਾਰਤ। ਹਾਂਜੀ, ਜੈ ਭੀਮ ਜੈ ਭਾਰਤ। ਹਾਂਜੀ ਮਾਨ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ ਜੀ, ਜਿਹੜਾ ਨਾ ਜਿਹੜਾ ਨਫ਼ਰਤ ਆ, ਹਾਂਜੀ, ਇਹ ਤਾਂ ਨਫ਼ਰਤ ਬਹੁਤ ਤਰ੍ਹਾਂ ਦੀ ਆ, ਹਰ ਤਰ੍ਹਾਂ ਦੀ ਨਫ਼ਰਤ ਆ। ਜਦੋਂ ਅਸੀਂ ਇੱਥੇ ਆਏ ਆ, ਹਾਂਜੀ ਹਾਂਜੀ, ਅਸੀਂ ਇੱਥੇ ਲੋਕ ਆਏ ਸੀਗੇ ਤੇ ਇੱਕ ਰਜਾਈ ਤੇ ਇੱਕ ਸੂਟਕੇਸ ਪਰ ਲੈ ਆਏ ਸੀਗੇ। ਹਾਂਜੀ ਹਾਂਜੀ, ਉਹ ਇੱਕ ਨਾਲ ਸੂਟਕੇਸ ਹੋਰ ਸੀਗਾ ਜਿਹੜਾ ਕਿ ਸਾਡੇ 'ਚ ਜਾਤ ਪਾਤ ਦਾ ਕੋਡ ਸੀ। ਉਹ ਮੈਨੂੰ ਲੱਗਦਾ ਉਹ ਸੂਟ ਕੁਝ ਜ਼ਿਆਦਾ ਭਰਿਆ ਸੀ। ਹਾਂ, ਉਹ ਸਭ ਨਾਲੋਂ ਜ਼ਿਆਦਾ ਭਰਿਆ ਸੀਗਾ ਜੀ। ਤੇ ਉਹ ਸੂਟਕੇਸ ਜਿਹੜਾ ਹੈ ਨਾ, ਹਾਲੇ ਤੱਕ ਸਾਡੇ ਲੋਕਾਂ ਨੇ ਨਾ ਉਹ ਖੋਲ ਕੇ ਖਿਲਾਰਿਆ ਆ, ਪਰ ਉਹਨੂੰ ਸਮੇਟਿਆ ਨਹੀਂ। ਕਿਉਂਕਿ ਦੇਖੋ, ਅਸੀਂ 7 ਸਮੁੰਦਰ ਪਾਰ ਵੀ ਆ ਕੇ ਅਸੀਂ ਵੀ ਇੰਡੀਆ ਵਿੱਚ ਤਾਂ ਇੱਕ ਦੂਜੇ ਨਾਲ ਮਤਭੇਦ ਕਰਦੇ ਹੀ ਸੀ, ਲੇਕਿਨ ਇੱਥੇ ਆ ਕੇ ਵੀ ਅਸੀਂ ਲੋਕਾਂ ਨੇ ਕਿਸੇ ਕੋਲੋਂ ਕੋਈ ਚੰਗੀ ਚੀਜ਼ ਨਹੀਂ ਸਿੱਖੀ। ਕਿਉਂਕਿ ਇੱਥੇ ਲੋਕਾਂ ਦੇ ਨਾਲ ਕਾਸਟ ਸਿਸਟਮ ਤੱਕ ਕੋਈ ਨਹੀਂ ਸੀਗੀ, ਕਲਾਸ ਤੇ ਸੀ। ਹਾਂਜੀ ਹਾਂਜੀ, ਅਮੀਰ ਸੀ, ਗਰੀਬ ਸੀ, ਪਰ ਜਾਤ ਪਾਤ ਦਾ ਕੋਡ ਨਹੀਂ ਸੀਗਾ ਇੱਥੇ। ਨਾਲੇ ਮਾਨ ਸਾਹਿਬ, ਜਿਹੜੀ ਜਾਤ ਪਾਤ ਹੈਗੀ, ਹਾਂਜੀ, ਜਿਹੜੀ ਜਾਤ ਪਾਤ ਹੈਗੀ ਆ ਮਾਨ ਸਾਹਿਬ, ਉਹ ਤਾਂ ਨਸਲਵਾਦ ਨਾਲੋਂ ਵੀ ਭੈੜੀ ਹੈ। ਦੇਖੋ ਜੀ, ਆ ਹੁਣ ਕਰੋਨਾ ਵਾਇਰਸ ਹੈ ਨਾ, ਇਹ ਕਰੋਨਾ ਵਾਇਰਸ ਨਾਲੋਂ ਵੀ ਅਸੀਂ ਕਿਤੇ ਨਾ ਉਹਦੇ ਨਾਲ ਵੀ ਡੇਂਜਰਸ ਹੈ। ਬਿਲਕੁਲ ਬਿਲਕੁਲ, ਹਾਲੇ ਕਰੋਨਾ ਤੋਂ ਤਾਂ ਬੰਦਾ ਬਚ ਜਾਊਗਾ। ਹਾਂਜੀ ਹਾਂਜੀ, ਪਰ ਇਹ ਜਾਤ ਪਾਤ ਦੇ ਕੋਡ ਤੋਂ ਨਹੀਂ ਬੰਦਾ ਬਚ ਸਕਦਾ। ਕਿਉਂਕਿ ਇਹ ਜਾਤ ਪਾਤ ਇੱਕ ਉਹੋ ਜਿਹਾ ਨਾ ਘਰ ਆ, ਹਾਂਜੀ ਹਾਂਜੀ, ਜਿੱਥੇ ਇਹਨੂੰ ਨਾ ਤਾਂ ਕੋਈ ਦਰਵਾਜ਼ਾ ਤੇ ਨਾ ਇਹਨੂੰ ਕੋਈ ਤਾਕੀਆਂ ਹਾਂਜੀ, ਤੇ ਜਿੱਥੇ ਬੰਦਾ ਪੈਦਾ ਹੋ ਗਿਆ ਉੱਥੇ ਹੀ ਮਰ ਗਿਆ। ਇਹ ਇਹੋ ਜਿਹਾ ਕੋਡ ਜਿਹੜਾ ਕਿ ਸਾਡੇ ਉੱਥੇ ਭਾਰਤ ਦੇ ਵਿੱਚ ਹੀ ਆ ਸਿਰਫ, ਤੇ ਇੱਥੇ ਬਾਹਰਲੇ ਮੁਲਕਾਂ 'ਚ ਦੇਖ ਲਓ ਵੀ ਸਾਨੂੰ ਫਿਰ ਵੀ ਨਹੀਂ ਅਕਲ ਆਈ। ਇੱਥੇ ਵੀ ਅਸੀਂ ਗੁਰਦੁਆਰਿਆਂ 'ਚ ਆ ਕੇ ਵੀ, ਧਾਰਮਿਕ ਸਥਾਨਾਂ ਦੇ ਵਿੱਚ ਵੀ ਅਸੀਂ ਇਹ ਮਤਲਬ ਇਹਦੇ ਬਾਰੇ ਕੋਈ ਗੱਲ ਨਹੀਂ ਸੋਚੀ। ਅਲੱਗ-ਅਲੱਗ ਅਸੀਂ ਗੁਰਦੁਆਰੇ ਬਣਾ ਲਿਆ, ਅਲੱਗ-ਅਲੱਗ ਸਾਰਾ ਕੁਝ ਕਰ ਲਿਆ, ਲੇਕਿਨ ਫਿਰ ਵੀ ਸਾਨੂੰ ਕਿਸੇ ਕਿਸਮ ਦੀ ਅਕਲ ਨਹੀਂ ਆਈ। ਮਾਨ ਸਾਹਿਬ, ਉਹਨਾਂ ਨੂੰ ਮੈਨੂੰ ਕਈ ਵਾਰੀ ਇੱਦਾਂ ਲੱਗਦਾ, ਤੁਸੀਂ ਮੇਰੇ ਨਾਲ ਜ਼ਿਆਦਾ ਸਿਆਣੇ ਆ, ਵੀ ਜਿਹੜੇ ਇਹ ਜਾਤਾਂ ਪਾਤਾਂ ਦੇ ਗੁਰਦੁਆਰੇ ਬਣੇ ਹੋਏ ਇਸੇ ਕਰਕੇ ਬਣੇ ਕਿਉਂਕਿ ਉੱਥੇ ਵੀ ਜਿਹੜਾ ਇੱਕ ਗੁਰਦੁਆਰਾ ਸੀ ਉਹਦੇ ਵਿੱਚ ਉਹਨਾਂ ਨਾਲ ਵਿਤਕਰਾ ਹੋਣ ਲੱਗ ਪਿਆ, ਤੇ ਫਿਰ ਉਹ ਵਿਚਾਰੇ ਯਾਨੀ ਕਿ ਉਹਨਾਂ ਨੂੰ ਜੁਦੇ ਬਣਾਉਣੇ ਪਏ। ਬਿਲਕੁਲ ਬਿਲਕੁਲ। ਦੇਖੋ ਜੀ, ਮੈਂ ਤੁਹਾਡੇ ਨਾਲ ਸਿਆਣਾ ਤਾਂ ਨਹੀਂ, ਤੁਸੀਂ ਮੇਰੇ ਨਾਲ ਸਮਝਦਾਰ ਆ। ਹਾਂਜੀ, ਇਹ ਮਤਲਬ ਇਹ ਤੁਹਾਡੀ ਬਹੁਤ ਮਤਲਬ ਦਿਆਨਤਦਾਰੀ ਹੈ, ਤੁਸੀਂ ਮੈਨੂੰ ਦਿਆਨਤਦਾਰ ਬੜਾ ਸਮਝਿਆ। ਤੇ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਲੋਕ ਸਮਾਜ ਦੇ ਵਿੱਚ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ। ਇਹ ਸਾਡੀ ਜਿਹੜੀ ਨੀਤੀ ਹੈ ਨਾ, ਦੋਗਲਾਪਨ ਦੀ ਆ। ਜਦੋਂ ਅਸੀਂ ਇੱਥੇ ਆਏ ਤਾਂ ਇੱਥੇ ਰਜਿਸਟ੍ਰੇਸ਼ਨ ਬੋਰਡ ਦਾ ਮਤਲਬ ਰਜਿਸਟ੍ਰੇਸ਼ਨ ਦਾ ਇੱਕ ਲਾਅ ਪਾਸ ਹੋਇਆ, ਉਹ 'ਚ ਸਾਰੇ ਲੋਕਾਂ ਨੇ ਮਤਲਬ ਸ਼ਿਰਕਤ ਕੀਤੀ। ਤੇ ਜਦੋਂ ਅਸੀਂ ਲੋਕ ਦੂਸਰਿਆਂ ਲੋਕਾਂ ਨਾਲ, ਆਪਣੇ ਲੋਕਾਂ ਦੇ, ਆਪਣੇ ਦੇਸ਼ ਦੇ ਲੋਕਾਂ ਨਾਲ ਅਸੀਂ ਨਫ਼ਰਤ ਕਰਦੇ ਹਾਂ, ਫਿਰ ਸਾਡੇ ਦਿਲ ਦੇ ਵਿੱਚ ਕੀ ਆਉਂਦੀ, ਫਿਰ ਅਸੀਂ ਦੋਗਲਾਪਨ ਦੱਸਦੇ ਹਾਂ। ਮਾਨ ਸਾਹਿਬ, ਜਦੋਂ ਤੁਹਾਨੂੰ, ਤੁਸੀਂ ਵੀ ਉਹਦੇ ਵਿੱਚ ਇਨਵੋਲਵ ਹੈਗੇ ਆ, ਜਦੋਂ ਜਾਤ ਪਾਤ ਦੇ ਖਿਲਾਫ ਇੱਥੇ ਕਾਨੂੰਨ ਬਣਾਉਣ ਦੀ ਜਿਹੜੀ ਕਿ ਆਪਾਂ ਕੋਸ਼ਿਸ਼ ਕਰ ਰਹੇ ਹਾਂ, ਤੇ ਉਹਦੇ ਖਿਲਾਫ ਯਾਨੀ ਕਿ ਪ੍ਰੋਟੈਸਟ ਦੇਖੋ ਕਿੰਨਾ ਕੀਤਾ। ਹਾਂਜੀ, ਦੇਖੋ ਅਸੀਂ ਨਾ ਇੱਥੇ ਕਿਤੇ ਨਾ ਅਸੀਂ 2003 ਤੋਂ ਲੱਗੇ ਆ ਇਸ ਕਾਸਟਵਾਦ ਡਿਸਕ੍ਰਿਮੀਨੇਸ਼ਨ ਦੇ ਅਗੇਂਸਟ। ਬਿਲਕੁਲ, ਲਾਅ ਵੀ ਪਾਸ ਹੋ ਗਿਆ ਤੇ ਸਾਰਾ ਕੁਝ ਹੋ ਗਿਆ, ਲੇਕਿਨ ਇੱਥੇ ਦੀ ਜਿਹੜੀ ਹੈਗੀ ਹੈ ਹਿੰਦੂ ਫੋਰਮ ਤੇ ਸਿੱਖ ਕੌਂਸਲ, ਇਹਨਾਂ ਨੇ ਡਟ ਕੇ ਵਿਰੋਧ ਉਸ ਚੀਜ਼ ਦਾ ਕੀਤਾ। ਬਿਲਕੁਲ ਬਿਲਕੁਲ ਬਿਲਕੁਲ। ਇਸ ਕਰਕੇ ਸਾਡੇ ਲੋਕਾਂ ਨੂੰ ਥੋੜੀ ਸਮਝ ਹੋਣੀ ਚਾਹੀਦੀ ਵੀ ਇਨਸਾਨ ਸਾਰੇ ਬਰਾਬਰ ਹੈ, ਅਸੀਂ ਕਿਉਂ ਇੱਕ ਦੂਜੇ ਨਾਲ ਨਫ਼ਰਤ ਕਰੀਏ। ਪਰ ਉਹ ਦੋਨੇ ਕਹਿੰਦੇ ਨੇ ਵੀ ਅਸੀਂ ਤਾਂ ਜੀ ਬਰਾਬਰਤਾ ਦਾ, ਸਾਡਾ ਤਾਂ ਸਾਰਾ ਕੁਝ ਹੀ ਬਰਾਬਰਤਾ ਦੀ ਗੱਲ ਹੈਗੀ ਹੈ, ਦੋਨੇ ਹੀ ਹੈਗੇ। ਜੇ ਬਰਾਬਰਤਾ ਦੀ ਗੱਲ ਹੈ ਫਿਰ ਉਹਨੂੰ ਤਕਲੀਫ ਕਾਹਦੀ ਹੈ? ਜੇ ਤੁਸੀਂ ਮਤਲਬ ਦੇਖੋ ਇੱਥੇ ਮਰਡਰ ਦੇ ਕੇਸ ਤਾਂ ਉਹਨੂੰ ਫਾਂਸੀ ਨਹੀਂ ਹੈ ਸਜ਼ਾਇਆ, ਜਾਂ ਜਿਹਨਾਂ ਕੰਟਰੀਆਂ ਦੇ ਵਿੱਚ ਫਾਂਸੀ ਦੀ ਸਜ਼ਾਇਆ, ਤਾਂ ਉੱਥੇ ਲੋਕ ਜੇ ਡੈਮੋਨਸਟ੍ਰੇਸ਼ਨ ਕਰਨ ਵੀ ਇਹ ਸਜ਼ਾ ਨਹੀਂ ਹੋਣੀ ਚਾਹੀਦੀ, ਤਾਂ ਜੇ ਤੁਸੀਂ ਕਿਤੇ ਨਾ ਕਿਸੇ ਦਾ ਮਰਡਰ ਹੀ ਨਹੀਂ ਕਰਨਾ ਤਾਂ ਤੁਹਾਨੂੰ ਉਹਦਾ ਕਾਹਦਾ ਡਰ ਆ? ਜੇ ਤੁਸੀਂ ਕਿਸੇ ਨਾਲ ਨਫ਼ਰਤ ਨਾ ਕਰੋਗੇ ਤਾਂ ਤੁਹਾਨੂੰ ਇਹ ਕਾਨੂੰਨ ਪਾਸ ਵੀ ਹੋ ਗਿਆ ਤਾਂ ਤੁਹਾਨੂੰ ਕਾਹਦਾ ਡਰ ਆ? ਓਕੇ ਮਾਨ ਸਾਹਿਬ, ਥੈਂਕ ਯੂ ਤੁਹਾਡਾ ਜੀ। ਥੈਂਕ ਯੂ ਜੀ, ਓਕੇ ਜੀ, ਬਹੁਤ ਮਿਹਰਬਾਨੀ। ਜੈ ਭੀਮ, ਜੈ ਭਾਰਤ। ਜੈ ਭੀਮ ਤੇ ਜੈ ਭਾਰਤ ਜੀ। ਇਹ ਤਾਂ ਸੀ ਜੀ ਪ੍ਰੇਮ ਮਾਨ ਹੁਣੀ ਲੰਡਨ ਤੋਂ, ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਹੈਗੇ ਆ, ਤੇ ਤੁਸੀਂ ਵੀ ਜਿਹੜਾ ਹੈਗਾ ਟੈਲੀਫੋਨ ਕਰਕੇ ਸਾਡੇ ਨਾਲ ਵਿਚਾਰ ਆਪਣੇ ਸਾਂਝੇ ਕਰ ਸਕਦੇ ਆ। ਨੰਬਰ ਜਿਹੜਾ ਹੈਗਾ ਤੁਹਾਨੂੰ ਪਤਾ, ਉਹ 0300 770 2246 ਨੰਬਰ ਜਾਣੀ ਕਿ ਹੈ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹੈਲੋ ਜੀ ਡਾਕਟਰ ਸਾਹਿਬ, ਮੈਂ ਫਕੀਰ ਚੰਦ ਚੌਹਾਨ ਬੋਲਦਾ। ਚੌਹਾਨ ਸਾਹਿਬ, ਕੀ ਕਹਿਣਾ ਚਾਹੋਗੇ ਇਸ ਮਸਲੇ ਤੇ? ਦੇਖੋ, ਜਿਹੜਾ ਅੱਜ ਵਿਸ਼ਾ ਰੱਖਿਆ ਹੋਵੇ ਇੱਥੇ ਯੂਕੇ ਦੇ ਵਿੱਚ ਨਸਲਵਾਦ, ਕਿਉਂਕਿ ਦੇਖੋ ਇਹ ਜਿਹੜਾ ਇੱਥੇ ਨਸਲਵਾਦ ਬਹੁਤ ਦੇਰ ਤੋਂ ਸੀਗਾ। ਹਾਂਜੀ ਹਾਂਜੀ,
ਔਰ ਅਜੇ ਵੀ ਹੈਗਾ। ਪਰ ਬੜੀ ਤਾਂ ਗੱਲ ਆ ਵੀ ਇੱਥੇ ਜਿਨ੍ਹਾਂ ਨਾਲ ਹੁੰਦਾ ਸੀ ਸੰਘਰਸ਼ ਤਾਂ ਉਹਨਾਂ ਨੂੰ ਕਰਨਾ ਪੈਣਾ ਸੀ। ਬਿਲਕੁਲ ਬਿਲਕੁਲ ਬਿਲਕੁਲ। ਕਿਉਂਕਿ ਜਿਹੜੇ ਲੋਕ ਇੱਥੇ ਆਏ ਉਹਨਾਂ ਦੀਆਂ ਬਹੁਤ ਸਮੱਸਿਆਵਾਂ ਸੀ। ਕਿਉਂਕਿ ਮੈਂ 1962 ਦੇ ਵਿੱਚ ਜਦ ਆਇਆ ਤਾਂ ਪਹਿਲਾਂ ਤਾਂ ਦੇਖੋ ਵੀ ਜਿਹੜੀ ਲੈਂਗੁਏਜ ਦੀ ਬਹੁਤ ਪ੍ਰੋਬਲਮ ਸੀ। ਕਿਉਂਕਿ ਕਿਸ ਤਰ੍ਹਾਂ ਸੰਪਰਕ ਕਰਨਾ, ਫਿਰ ਜੇ ਤੁਸੀਂ ਕੰਮ ਟੋਲਣਾ ਤਾਂ ਉਹਦੇ ਵਿੱਚ ਵੀ ਜੇ ਤੁਹਾਨੂੰ ਅੰਗਰੇਜ਼ੀ ਆਉਂਦੀ ਫਿਰ ਹੀ ਟੋਲ ਸਕਦੇ ਸੀ। ਇਦਾਂ ਜੀ, ਇਦਾਂ ਹੈ, ਇਦਾਂ ਫਿਰ ਉਹ ਇਦਾਂ ਹੈਗੀ ਆ। ਪਰ ਇੱਥੇ ਦੇਖੋ ਜੇ ਜਿਹੜਾ ਸੰਘਰਸ਼ ਹੋਇਆ ਉਹ ਸੰਘਰਸ਼ ਦੇ ਨਾਲ ਕਾਫੀ ਬਦਲਾਅ ਆਇਆ ਇੱਥੇ। ਹਾਂਜੀ ਹਾਂਜੀ ਹਾਂਜੀ। ਕਿਉਂਕਿ ਪਹਿਲਾਂ ਜਿਹੜਾ ਯੂਨੀਅਨ ਦੇ ਵਿੱਚ ਆਇਆ ਸਾਰਾ, ਕਿਉਂਕਿ ਜਿਹੜੇ ਵਰਕਰ ਸੀਗੇ ਜਿਹੜੇ ਉਹਨਾਂ ਨੂੰ ਸਮਝਾਇਆ ਗਿਆ ਵੀ ਜਿਹੜੇ ਵਰਕਰਸ ਆ ਉਹ ਸਿਰਫ ਇਕੱਲੇ ਵਰਕਰਸ ਆ। ਹਾਂਜੀ ਹਾਂਜੀ। ਕਿਉਂਕਿ ਇਹ ਨਹੀਂ ਵੀ ਕਾਲਾ ਗੋਰਾ ਜਾਂ ਹੋਰ, ਤਾਂ ਫਿਰ ਲਹਿਰ ਚੱਲ ਪਈ ਜਾਂਦੀ। ਔਰ ਬਾਅਦ ਦੇ ਵਿੱਚ ਦੇਖੋ ਵੀ ਕਾਨੂੰਨ ਫਿਰ ਬਾਅਦ ਦੇ ਵਿੱਚ ਬਣਿਆ। ਹਾਂਜੀ ਹਾਂਜੀ ਹਾਂਜੀ। ਯਾਨੀ ਕਾਨੂੰਨ ਬਣਿਆ। ਦੇਖੋ ਇੱਥੇ ਇੰਨਾ ਵਿਤਕਰਾ ਸੀ ਵੀ ਜਿਹੜਾ ਹਿਊਸਟਨ ਦਾ ਰੇਲਵੇ ਸਟੇਸ਼ਨ ਹੈ ਲੰਡਨ ਚ 1959 ਤੱਕ ਉੱਥੇ ਕੋਈ ਕਾਲਾ ਜੌਬ ਤੇ ਨਹੀਂ ਰੱਖਿਆ ਜਾਂਦਾ। ਔਰ ਹੋਰ ਜਗ੍ਹਾ ਦੇ ਵਿੱਚ ਵੀ ਇਦਾਂ ਹੀ ਇਦਾਂ ਹੈ। ਔਰ ਇੱਥੇ ਪੱਬਾਂ ਦੇ ਵਿੱਚ ਬਹੁਤ ਭੇਦਭਾਵ ਹੁੰਦਾ ਸੀ। ਇੱਥੇ ਹੈਂਡਸਵਰਥ ਵਿੱਚ ਪੱਬ ਸੀਗਾ ਇੱਕ, ਉੱਥੇ ਅਸੀਂ ਤਾਂ ਇੱਥੇ ਅੰਦੋਲਨ ਕੀਤਾ। ਹਾਂ ਮੈਨੂੰ ਪਤਾ ਹਾਂਜੀ। ਅਸੀਂ ਇੱਥੇ ਅੰਦੋਲਨ ਕੀਤਾ ਕਿਉਂਕਿ ਕਈ ਪੱਬ ਸੀ ਜਿਹੜੇ ਵਧੀਆ ਰੂਮ ਹੁੰਦੇ ਸੀ ਉੱਥੇ ਉਹ ਕਹਿੰਦੇ ਸੀ ਵੀ ਤੁਸੀਂ ਬਹਿ ਨਹੀਂ ਸਕਦੇ। ਏਦਾਂ ਸੀ। ਫਿਰ ਉਹ ਕੋਈ ਨਾ ਕੋਈ ਬਹਾਨਾ ਲਾ ਕੇ ਕਹਿਣਾ ਵੀ ਤੁਸੀਂ ਚਲੇ ਜਾਓ। ਚਲੋ ਇਹ ਤਾਂ ਆਪਣਾ ਚੌਹਾਨ ਸਾਹਿਬ ਹੋ ਗਈ ਗੱਲ। ਇਹਨਾਂ ਨੇ ਤਾਂ ਫਿਰ ਵੀ ਕਾਨੂੰਨ ਬਣਾਤਾ ਤੇ ਉੱਤੇ ਪੈਰਵਾਈ ਵੀ ਹੁੰਦੀ, ਆਪਾਂ ਕਚਹਿਰੀ 'ਚ ਵੀ ਜਾ ਸਕਦੇ। ਪਰ ਜਿਹੜਾ ਸਾਡੇ ਕੋਡ ਹੈਗਾ ਵਿਤਕਰੇ ਦਾ ਜਾਤ ਪਾਤ ਕਰਕੇ, ਉੱਥੇ ਜਿਹੜਾ ਦੇਖੋ ਜਿਹੜੀ ਹੈਗੀ ਆ ਉੱਥੇ ਜਿਹੜੀ ਸਮੱਸਿਆ ਹੈਗੀ ਆ ਉਹ ਹੈਗਾ ਧਰਮ ਦੇ ਵਿੱਚ। ਪਰ ਉਹ ਅਸੀਂ ਇੱਥੇ ਵੀ ਲੈ ਆਂਦਾ ਨਾਲ ਹੀ ਕੋਡ ਉਹਨੂੰ। ਨਹੀਂ ਉਹ ਲੈ ਆਂਦਾ ਕਿਉਂਕਿ ਉਹ ਭੇਦਭਾਵ ਜਿਹੜਾ ਉਹੀ ਉਹ ਫਿਰ ਮਨਾਂ ਦੇ ਵਿੱਚ ਵੜਿਆ ਹੈ ਵੀ ਅਸੀਂ ਉੱਚੇ ਆ। ਹਾਂਜੀ ਹਾਂਜੀ ਹਾਂਜੀ। ਔਰ ਅਸੀਂ ਉੱਚੇ ਆ। ਪਰ ਦੇਖੋ ਇੱਥੇ ਰਹਿਣ ਦੇ ਨਾਲ ਵੀ ਉਹ ਫਰਕ ਨਹੀਂ ਪਿਆ ਹੈਗਾ। ਕਿਉਂਕਿ ਮੈਂ ਇੱਥੇ ਦੇਖਿਆ ਵੀ ਜਦ ਵੀ ਤੁਸੀਂ ਕਿਤੇ ਕੰਮ ਤੇ ਲੱਗਦੇ ਜਾਂ ਕਿੱਦਾਂ ਉਹ ਪਹਿਲਾਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਵੀ ਤੇਰੀ ਜਾਤ ਕਿਹੜੀ। ਬਿਲਕੁਲ। ਉਹ ਪਿੰਡ ਦਾ ਨਾਂ ਹੀ ਤਾਂ ਹੀ ਪੁੱਛਦੇ ਆ। ਨਹੀਂ ਮੈਂ ਤਾਂ ਦੇਖਿਓ ਕਈ ਜਗ੍ਹਾ ਮੈਂ ਕੰਮ ਤੇ ਲੱਗਾ ਮੈਨੂੰ ਕੋਈ ਜਾਣਦਾ ਨਹੀਂ ਸੀ। ਉੱਪਰ ਫਿਰ ਉਹਨੇ ਆਪਣੀ ਜਾਤ ਦੇ ਅਨੁਸਾਰ ਗੱਲਾਂ ਕਰਨੀਆਂ। ਇਦਾਂ ਹੀ ਹੈ ਜੀ, ਇਦਾਂ ਹੈ। ਔਰ ਫਿਰ ਬਾਅਦ ਦੇ ਵਿੱਚ ਹੁਣ ਦੇਖੋ ਵੀ ਉੱਪਰ ਉਹ ਦੇਖੋ ਵੀ ਉੱਥੇ ਵੀ ਸੰਘਰਸ਼ ਜਾਰੀ ਹੈ। ਬਿਲਕੁਲ। ਪਰ ਬੜੀ ਤਾਂ ਗੱਲ ਹੈ ਵੀ ਦੇਖੋ ਇਹ ਜਿਹੜਾ ਜੋ ਕੁਝ ਹੈਗੀ ਇਹ ਮਾਨਸਿਕਤਾ ਹੈ ਜੀ। ਬਿਲਕੁਲ। ਕਿਉਂਕਿ ਜਦ ਤੱਕ ਮਾਨਸਿਕਤਾ ਨਹੀਂ ਬਦਲਦੀ ਉਦ ਤੱਕ ਨਹੀਂ ਇੱਦਾਂ ਹੋਣਾ। ਠੀਕ ਹੈ ਚੌਹਾਨ ਸਾਹਿਬ, ਥੈਂਕ ਯੂ। ਜੈ ਭੀਮ ਜੈ ਭਾਰਤ। ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਫਕੀਰ ਚੰਦ ਚੌਹਾਨ ਹੋਣੀ ਜਿਨ੍ਹਾਂ ਨੇ ਹੁਣੇ ਆਪਣੇ ਸਾਰੇ ਵਿਚਾਰ ਆਪਣੇ ਸਾਂਝੇ ਕੀਤੇ ਆਪਣੇ ਨਾਲ। ਅਤੇ ਤੁਸੀਂ ਵੀ ਜਿਹੜਾ ਹੈਗਾ ਟੈਲੀਫੋਨ ਕਾਲ ਕਰਕੇ ਸਾਡੇ ਨਾਲ ਵਿਚਾਰ ਸਾਂਝੇ ਕਰ ਸਕਦੇ ਆ। ਨੰਬਰ ਜਿਸ ਤਰ੍ਹਾਂ ਮੈਂ ਦੱਸਿਆ ਉਹ ਸਕਰੀਨ ਦੇ ਥੱਲੇ ਵੀ ਆ ਰਿਹਾ ਹੈਗਾ। ਕਿਉਂਕਿ ਮਸਲਾ ਇਹ ਇੰਨਾ ਗੰਭੀਰ ਹੈ। ਮੈਂ ਖੁਦ ਯਾਨੀ ਕਿ ਇਸ ਜਿਹੜੀ ਡਿਸਕ੍ਰਿਮੀਨੇਸ਼ਨ ਅਤੇ ਰੇਸਿਜ਼ਮ 'ਤੇ 2 ਕਿਤਾਬਾਂ ਲਿਖੀਆਂ, ਰੇਸਿਜ਼ਮ ਇਨ ਐਜੂਕੇਸ਼ਨ ਅਤੇ ਦੂਸਰੀ ਯਾਨੀ ਕਿਤਾਬ ਜਿਹੜੀ ਹੈਗੀ ਮੇਰੀ ਰੇਸਿਜ਼ਮ ਇਨ ਬ੍ਰਿਟਨ ਕਿਤਾਬ ਯਾਨੀ ਕਿ ਲਿਖੀ, ਜਿਹਦੇ ਵਿੱਚ ਮੈਂ ਇਸ ਨਸਲਵਾਦ ਦਾ ਯਾਨੀ ਕਿ ਜਿਹੜਾ ਸਾਨੂੰ ਸਾਹਮਣਾ ਕਰਨਾ ਪੈਂਦਾ ਵੱਖਰੇ। ਹੈਲੋ ਜੀ, ਕੌਣ ਤਾਂ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਮੈਂ ਕੈਨੇਡਾ ਤੋਂ ਸ਼ਾਂਤੀ ਬੋਲਦੀ ਹਾਂ ਜੀ, ਸਰੀ ਤੋਂ। ਹਾਂਜੀ ਸ਼ਾਂਤੀ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਕਿਉਂਕਿ ਤੁਹਾਡੇ ਮੁਲਕ ਵਿੱਚ ਵੀ ਨਸਲਵਾਦ ਹੈ, ਜਾਤ ਪਾਤ ਤੁਹਾਡੇ ਵਿੱਚ ਵੀ ਹੈ ਮੁਲਕ ਵਿੱਚ। ਸਾਡੇ ਵਿੱਚ ਤਾਂ ਬਹੁਤ ਆ। ਹਾਂਜੀ। ਕੈਨੇਡਾ ਦੇ ਵਿੱਚ ਖਾਸ ਕਰਕੇ ਮੈਂ ਤਾਂ ਸਰੀ ਵਿੱਚ ਹੀ ਰਹੀ ਹਾਂ ਬਹੁਤ। 46 ਈਅਰ, 12 ਦਿਸ ਈਅਰ। ਪਹਿਲਾਂ ਨਹੀਂ ਸੀ ਹੁੰਦੀ। ਪਹਿਲਾਂ ਸਾਨੂੰ ਗੋਰੇ ਕਹਿ ਜਾਂਦੇ ਹੁੰਦੇ ਸੀ ਤੁਸੀਂ ਹਿੰਦੂ ਜਾਂ ਉਹਨਾਂ ਨੇ ਬੋਤਲਾਂ ਕਈ ਵਾਰ ਚੱਕ ਕੇ ਮਾਰਨੀਆਂ, ਬੀਅਰ ਪੀਂਦੇ ਜਾਂਦੇ ਸੀਗੇ ਨਾ। ਜਾਂਦੇ ਜੇ ਅਸੀਂ ਰੋਡ ਤੇ ਜਾਣਾ ਤਾਂ ਇੱਕ ਵਾਰੀ ਮੇਰੇ ਨਾਲ ਸੀਗੀ ਲੇਡੀ, ਇੱਕ ਉਹਦੇ ਵੀ ਲੱਗੀ ਸੀਗੀ। ਪਰ ਜਿਉਂ ਅਸੀਂ ਸਾਡੇ ਬੱਚੇ ਸਕੂਲਾਂ 'ਚ ਜਾਣ ਲੱਗ ਪਏ, ਉਹ ਇਹਨਾਂ ਨੂੰ ਐਕਸਪਲੇਨ ਕਰਨ ਲੱਗ ਪਏ ਜਿਹੜੇ ਗੋਰੇ ਆ ਹੁਣ ਸਾਨੂੰ ਕੁਛ ਨਹੀਂ ਕਹਿੰਦੇ ਹੈਗੇ। ਹੁਣ ਜਿਹੜੇ ਸਾਡੇ ਲੋਕ ਉਹ ਬਹੁਤ ਆ ਗਏ। ਅੱਛਾ ਜੀ। ਸਾਡੇ ਖਾਸ ਕਰਕੇ ਵੈਨਕੂਵਰ ਦੇ ਵਿੱਚ ਸਾਡੇ ਬਹੁਤ ਆ। ਜਿੱਦਾਂ ਸਾਡਾ ਤਾਂ ਮਿੰਨੀ ਪੰਜਾਬ ਹੀ ਕਹਿੰਦੇ ਆ ਨਾ ਸਰੀ ਨੂੰ। ਜਿਹੜਾ ਉਹਨਾਂ ਨੇ ਦੁੱਖ ਦਿੱਤਾ ਹੈ ਨਾ ਉਹ ਗੋਰਿਆਂ ਨੇ ਨਹੀਂ ਸੀ ਦਿੱਤਾ। ਗੋਰਿਆਂ ਦੇ ਹੁਣ ਜਿਹੜੇ ਗੋਰੇ ਆ ਉਹ ਬਹੁਤ ਸਮਝਦਾਰ ਹੋ ਗਏ। ਸਾਡੇ ਲੋਕਾਂ ਨੇ ਇੱਥੇ ਜਾਤ ਪਾਤ ਜੇ ਕੁਛ 4 ਪੈਸੇ ਆ ਜਾਂ ਪੜ੍ਹੇ ਅਨਪੜ੍ਹ ਜਿਹੜੇ ਲੋਕ ਆ ਉਹਨਾਂ 'ਚ ਬਹੁਤ ਫਰਕ ਆ। ਇੰਨਾ ਫਰਕ ਪਿਆ ਹੋਇਆ ਨਾ, ਜੇ ਕੋਈ ਕੁੜੀ ਜਾਂ ਮੁੰਡਾ ਕਿਸੇ ਹੋਰ ਕਾਸਟ ਦੇ ਨਾਲ ਕਹਿੰਦਾ ਮਾਂ ਮੈਂ ਉਹਦੇ ਨਾਲ ਵਿਆਹ ਕਰਾ ਦਿੰਦਾ, ਉਹ ਕਰਾਉਣਾ ਆ, ਤਾਂ ਉਹ ਕਹਿੰਦੇ ਅਸੀਂ ਨਹੀਂ ਉਹਨਾਂ ਕਰਾਉਣਾ, ਉਹ ਤਾਂ ਪਿੱਛੋਂ ਆ ਅਸੀਂ ਕਰਦੇ ਆਏ, ਉਹ ਤਾਂ ਆ ਜਾਤ ਆ। ਬੱਚੇ ਚੁੱਪ ਕਰ ਜਾਂਦੇ, ਕਈ ਤਾਂ ਖੜੇ ਹੋ ਜਾਂਦੇ ਆ ਸਾਹਮਣੇ, ਕਹਿੰਦੇ ਨਹੀਂ ਅਸੀਂ ਕਰਾਉਣਾ ਆ, ਨਹੀਂ ਤਾਂ ਅਸੀਂ ਆਪਣੀ ਮਰਜ਼ੀ ਨਾਲ ਕਰਾ ਲੈਣਾ।
ਤੇ ਜੇ ਤੁਸੀਂ ਸਾਡਾ ਨਹੀਂ ਵਿਆਹ ਕਰੋਗੇ, ਸਿਰਫ ਜਾਤਾਂ ਪਾਤਾਂ ਕਰਕੇ। ਤੇ ਸਰੀ ਦੇ ਵਿੱਚ, ਸਾਡੇ ਬੁਰਨਵੀ ਦੇ ਵਿੱਚ ਸਾਡੇ 8-9 ਗੁਰਦੁਆਰੇ ਬਣੇ ਹੋਏ ਆ। ਉਹ ਕੋਈ ਰਾਮਗੜੀਆਂ ਦਾ ਆ, ਕੋਈ ਕਿਹਨਾਂ ਦਾ ਆ, ਪਰ ਆਈ ਡੋਨਟ ਨੋ ਵੀ ਲੋਕਾਂ ਨੇ ਇੰਨੇ ਫਰਕ ਪਾਤੇ ਨਾ ਹੁਣ ਆ ਕੇ, ਬਹੁਤ ਜ਼ਿਆਦਾ ਫਰਕ ਪਏ ਹੋਏ ਆ। ਦੇਖੋ ਅਸੀਂ ਜਿੱਥੋਂ ਆਏ ਸੀ ਉੱਥੇ ਦਾ ਆਪਾਂ ਸਾਰੇ ਰਹਿੰਦੇ ਸੀ ਇਕੱਠੇ, ਸਾਡੇ ਹਿੰਦੂ, ਸਿੱਖ, ਮੁਸਲਮਾਨ ਭਾਈ ਸਾਰੇ ਇਕੱਠੇ ਰਹਿੰਦੇ ਸੀ, ਪਰ ਆਪਣਾ ਪਿਆਰ ਵੀ ਸੀ। ਤਾਂ ਉੱਥੇ ਕਈ ਜਿਹੜੀਆਂ ਆਪਣੇ ਆਪ ਨੂੰ ਉੱਚੀਆਂ ਜਾਤੀਆਂ ਸਮਝਦੇ ਸੀ, ਉਹ ਬੜਾ ਕਰੂਲ ਵੀ ਹੁੰਦੇ ਸੀ ਜਿਹੜੇ ਆਪਣੇ ਕੰਮ ਕਰਨ ਆਉਂਦੇ ਸੀ। ਜਾਂ ਇੱਕ ਜੱਜ ਦੀ ਸਟੋਰੀ ਮੈਂ ਇੱਕ ਦਿਨ ਪੜ੍ਹ ਰਹੀ ਸੀ ਤੇ ਆਊਟ ਆਫ ਪੰਜਾਬ ਦੀ ਗੱਲ ਆ, ਸਾਊਥ ਦੀ ਗੱਲ ਆ, ਵੀ ਕੋਈ ਦਲਿਤ ਲੇਡੀ ਸੀ, ਉਹਦਾ ਮੁਕੱਦਮਾ ਚੱਲਣਾ ਸੀ ਤੇ ਉਹ ਐਂਟਰ ਕੀਤੀ ਸੀ ਕੋਰਟ ਦੇ ਵਿੱਚ। ਤਾਂ ਉਹਨੂੰ ਪਤਾ ਲੱਗ ਗਿਆ ਜੱਜ ਨੂੰ ਬਾਅਦ ਵਿੱਚ, ਤਾਂ ਜੱਜ ਕਹਿੰਦਾ ਇਹਨੂੰ ਹੁਣ ਜੱਜ ਚਲੀ ਗਈ ਆ, ਇਹ ਹੁਣ ਤੁਸੀਂ ਸਾਰੀ ਕੋਰਟ ਧੋਵੋ। ਤੁਸੀਂ ਦੇਖੋ ਮਾਨਸਿਕਤਾ, ਇੱਕ ਜੱਜ ਦੀ ਘਟੀਆ ਮਾਨਸਿਕਤਾ, ਜਾਂ ਉਹਦੇ ਇੰਨੇ ਘਟੀਆ ਖਿਆਲ, ਮੈਨੂੰ ਨਹੀਂ ਸਮਝ ਆਉਂਦੀ ਵੀ ਉਹ ਜੱਜ ਤੇ ਕਿਵੇਂ ਪਹੁੰਚ ਗਿਆ। ਸਿਰਫ ਬੁੱਕਾਂ ਪੜ੍ਹਨ ਦੇ ਨਾਲ ਤੁਹਾਡੀ ਜਿਹੜੀ ਮਾਨਸਿਕਤਾ ਬਦਲਦੀ ਨਹੀਂ ਹੈਗੀ। ਅੱਛਾ, ਇਹਦਾ ਸੋਲੂਸ਼ਨ ਜਿਹੜਾ ਸ਼ਾਂਤੀ ਜੀ ਤੁਸੀਂ ਕੀ ਸਮਝਦੇ ਆ ਇੱਥੇ ਆਪਣੇ ਬਾਹਰ, ਅਸੀਂ ਬਾਹਰਲੇ ਮੁਲਕਾਂ 'ਚ ਇਹਦਾ ਸੋਲੂਸ਼ਨ ਤਾਂ ਜਦੋਂ ਬੰਦਾ, ਹੁਣ ਜਿਵੇਂ ਸਾਡੇ ਬੱਚੇ ਇੱਥੇ ਆ ਗਏ ਆ, ਉਹ ਹੀ ਇਹਦਾ ਸੋਲੂਸ਼ਨ ਕਰਨਗੇ, ਕਿਉਂਕਿ ਜਿਹੜੇ ਇੰਡੀਆ ਤੋਂ ਆਏ ਆ ਉਹ ਸਾਰਿਆਂ ਨੂੰ ਨਹੀਂ ਮੈਂ ਕਹਿੰਦੀ, ਮੈਂ ਵੀ ਤਾਂ ਇੰਡੀਆ ਤੋਂ ਆਈ ਆ, ਪਰ ਮਾਨਸਿਕਤਾ ਹਰ ਇੱਕ ਦੀ ਵੱਖੋ ਵੱਖਰੀ ਹੁੰਦੀ ਆ। ਕਈ ਬੰਦੇ ਦੂਜਿਆਂ ਤੋਂ ਬਹੁਤ ਕੁਝ ਸਿੱਖ ਲੈਂਦੇ ਆ, ਕਈ ਲੋਕ ਬਹੁਤ ਪੱਕੇ ਆ, ਜਿਹੜੇ ਪੱਕੇ ਆ ਨਾ ਉਹ ਆਪਣੇ ਆਪ ਨੂੰ ਬਦਲਣਾ ਹੀ ਨਹੀਂ ਚਾਹੁੰਦੇ। ਉਹ ਖਤਰਨਾਕ ਹੈ, ਉਹ ਖਤਰਨਾਕ ਆ। ਜਿਵੇਂ ਕਹਿੰਦੇ ਵੀ ਅਸੀਂ ਜੇ ਹਿੰਦੂ ਆ, ਵੀ ਮੈਂ ਪੱਕਾ ਹਿੰਦੂ ਆ, ਆਈ ਕੈਨਟ ਚੇਂਜ ਇਟ, ਅਸੀਂ ਆ ਰੂਲ ਨਹੀਂ ਬਦਲ ਸਕਦੇ, ਏਦਾਂ ਨਹੀਂ ਕਰ ਸਕਦੇ। ਇਨਸਾਨੀਅਤ ਤੇ ਐਜ਼ ਏ ਹਿਊਮੈਨਿਟੀ ਦੇ ਤੌਰ ਤੇ ਕੋਈ ਉਹ ਬੰਦੇ ਜਿਹੜੇ ਉਹ ਕੰਮ ਨਹੀਂ ਕਰਨ ਜੋਗੇ। ਜਿਵੇਂ ਹੁਣ ਗੋਰੇ ਆ, ਇਹਨਾਂ ਗੋਰਿਆਂ ਨੇ ਸਾਰੀਆਂ ਤਰੱਕੀਆਂ, ਜਿੰਨੇ ਵੀ ਇਨਵੈਂਸ਼ਨਸ ਹੈ, ਜਿੰਨੀਆਂ ਵੀ ਕਾਢਾਂ ਕੱਢੀਆਂ ਜਿਹੜੀਆਂ ਆਪਾਂ ਇੰਜੋਏ ਕਰਦੇ ਆ, ਇਹ ਸਾਰੇ ਗੋਰਿਆਂ ਨੇ ਕੱਢੇ ਹੋਏ ਆ, ਕਿਉਂਕਿ ਇਹਨਾਂ ਦੀ ਦੂਜਿਆਂ ਨਾਲ ਇੰਟਰਫੀਰੈਂਸ ਨਹੀਂ ਹੈਗੀ ਸਾਡੇ ਲੋਕਾਂ ਦੀ। ਔਰ ਚਾਹੇ ਮੈਂ ਇੱਥੇ ਕੈਨੇਡਾ 'ਚ ਰਹਿੰਦੀ ਆ, ਇੱਥੇ ਵੀ ਸਾਡੇ ਲੋਕਾਂ ਦੀ ਉਹ ਦੂਜੇ ਪਾਸੇ ਦੇਖਣੋਂ ਤੁਰਿਆ ਜਾਂਦਾ ਸੀ, ਜਾਂ ਉਹਨਾਂ ਦੇ ਘਰ ਕੀ ਗੱਲ ਹੁੰਦੀ ਆ, ਸਾਰੇ ਇੱਕ ਦੂਜੇ 'ਚ ਇੰਟਰਫੀਰੈਂਸ ਬਹੁਤ ਹੈ। ਗੋਰੇ ਵੀ ਮੇਰੀ ਬੇਸਮੈਂਟ 'ਚ ਗੋਰੇ ਹੀ ਆ, ਮੈਂ ਕਦੀ ਨਹੀਂ, ਉਹ ਮੈਨੂੰ ਹਾਏ ਬਾਏ ਜ਼ਰੂਰ ਕਹਿੰਦੇ, ਕਦੀ ਵੀ ਮੇਰੇ ਨਾਲ ਉਹ ਏਦਾਂ ਗੱਲ ਨਹੀਂ ਕਰਦੇ ਹੈਗੇ, ਉੱਚੀ ਨਹੀਂ ਵੀ ਜੀ। ਪਰ ਸਾਡੇ ਲੋਕਾਂ 'ਚ ਜਿਹੜੀ ਇਹ ਗੱਲ ਆ ਨਾ, ਉਹ ਬਹੁਤ ਮਾੜੀ ਆ, ਕੰਸੈਂਟਰੇਸ਼ਨ ਨਹੀਂ ਹੈਗੀ ਉਹਨਾਂ ਦੀ। ਓਕੇ ਸ਼ਾਂਤੀ ਜੀ, ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਸ਼ਾਂਤੀ ਥਮਨ ਹੋਣੀ ਸਰੀ ਤੋਂ, ਕੈਨੇਡਾ ਤੋਂ। ਤੇ ਤੁਸੀਂ ਵੀ ਜਿਹੜਾ ਹੈਗਾ ਟੈਲੀਫੋਨ ਕਾਲ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਆ। ਟੈਲੀਫੋਨ ਲਾਈਨ ਸਾਡੀਆਂ ਖੁੱਲ੍ਹੀਆਂ ਹੈਗੀਆਂ, ਜਿਸ ਤਰ੍ਹਾਂ ਮੈਂ ਦੱਸਿਆ ਸੀ ਵੀ ਉਹ ਸਾਡੇ ਥੱਲੇ ਵੀ ਸਕਰੀਨ 'ਤੇ ਵੀ ਨੰਬਰ ਜਾਣ ਕੇ ਆ ਰਿਹਾ ਹੈਗਾ, ਤੇ ਮੈਂ ਜਿਸ ਤਰ੍ਹਾਂ ਰਿਪੀਟ ਵੀ ਸੀ ਕੀਤਾ 0300। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹੈਲੋ ਜੀ, ਅਦਾਵਰ ਜੀ, ਗੁੱਡ ਈਵਨਿੰਗ, ਆਫਟਰਨੂਨ। ਹਾਂਜੀ, ਗੁੱਡ ਆਫਟਰਨੂਨ। ਹਾਂਜੀ, ਕੀ ਕਹਿਣਾ ਚਾਹੋਗੇ? ਮੈਂ ਤੁਹਾਡਾ ਸ਼ੁਰੂ ਤੋਂ ਨਹੀਂ ਸੁਣਿਆ, ਕਾਲਰ ਦੀ ਗੱਲਾਂ ਤੋਂ ਪਤਾ ਲੱਗਦਾ ਹੈ ਨਸਲ ਪ੍ਰਸਤੀ ਦੇ ਮੁਤਲਕ ਗੱਲਬਾਤ ਕੋ ਕਰ। ਹਾਂਜੀ। ਨਸਲ ਪ੍ਰਸਤੀ ਦੀਆਂ ਕਈ ਫਾਰਮਸ ਨੇ। ਦੇਖੋ ਪਿਛਲੇ ਦਿਨੋਂ ਮੈਂ ਖਬਰਾਂ ਸੁਣਿਆ ਕਿ ਇੱਥੇ ਚਾਈਨੀਜ਼ ਲੋਕਾਂ ਦੇ ਖਿਲਾਫ ਬੜੇ ਹੋ ਰਿਹਾ ਹੇਟ ਕੈਂਪੇਨ। ਉਹ ਕਿਉਂਕਿ ਉਹ ਕਹਿੰਦੇ ਨੇ ਜੀ ਇਹ ਜਿਹੜਾ ਕਰੋਨਾ ਵਾਇਰਸ ਹੈ ਇਹ ਉੱਥੋਂ ਚਾਈਨਾ ਤੋਂ ਸ਼ੁਰੂ ਹੋਇਆ ਸੀ, ਵੂਹਾਨ ਤੋਂ, ਤੇ ਉਹ ਚਾਈਨੀਜ਼ ਦੇ ਮਗਰ ਪਏ ਨੇ, ਉਹਨਾਂ ਦੇ ਮੂੰਹ ਤੇ ਥੁੱਕਦੇ ਨੇ ਤੇ ਬੜਾ ਉਹ ਬੁਰਾ ਸਲੂਕ ਕਰ ਰਹੇ ਨੇ। ਤੇ ਹੁਣ ਦੇਖੋ ਅਮਰੀਕਾ 'ਚ ਇੱਕ ਕਿੱਸਾ ਹੋਇਆ ਸੀ, ਕਿਸੇ ਨੇ ਕਾਲੇ ਨੂੰ ਇਸ ਤਰ੍ਹਾਂ ਉਹਦੇ ਮੂੰਹ ਦੇ ਸ਼ੂ ਰੱਖ ਕੇ ਤੇ ਉਹਨੂੰ ਸਾਹ ਰੋਕ ਕੇ ਤੇ ਮਾਰਿਆ ਸੀ। ਤੇ ਅੱਜ ਮੈਂ ਖਬਰਾਂ ਸੁਣ ਰਿਹਾ ਕਿ ਬਰਮਿੰਘਮ ਜੀ ਵੀ ਇੱਕ ਇਸ ਤਰ੍ਹਾਂ ਬੰਦੇ ਨੂੰ, ਇਸ ਤਰ੍ਹਾਂ ਕਾਲੇ ਕਲਰਡ ਆਦਮੀ ਨੂੰ ਇਸ ਤਰ੍ਹਾਂ ਕੀਤਾ ਗਿਆ, ਸਲੂਕ ਕੀਤਾ ਗਿਆ, ਤੇ ਉਹ ਵੀ ਫੌਤ ਹੋ ਗਿਆ। ਤੇ ਇਸ ਤਰ੍ਹਾਂ ਦੇ ਨਸਲ ਪ੍ਰਸਤੀ ਦਾ ਕੋਈ ਇਲਾਜ ਪੱਕਾ ਤਾਂ ਨਹੀਂ ਹੈਗਾ। ਇਹ ਕਿ ਲੋਕਾਂ 'ਚ ਅਵੇਅਰਨੈਸ ਕੀਤੀ ਜਾਏ। ਹੁਣ ਸਾਡੇ ਜਿਹੜੇ ਬਜ਼ੁਰਗ ਲੋਕ ਨੇ, ਜਿਹੜੇ ਆਏ ਨੇ ਬੜੇ 40-50 ਸਾਲ ਪਹਿਲੇ, ਉਹ ਤੇ ਮਤਲਬ ਉਹਨਾਂ ਨੂੰ ਇੰਨਾ ਨਹੀਂ ਫੀਲ ਹੁੰਦਾ, ਲੇਕਿਨ ਜਿਹੜੀ ਯੰਗ ਜਨਰੇਸ਼ਨ ਹੈ, ਉਹ ਤੇ ਜਿਹੜੇ ਇੱਥੇ ਬੌਰਨ ਐਂਡ ਬ੍ਰੈਡ ਨੇ, ਉਹ ਤੇ ਕਹਿੰਦੇ ਨੇ ਅਸੀਂ ਇਹ ਸਾਡੇ ਤੇ ਅੰਗਰੇਜ਼ਾਂ 'ਚ ਕੋਈ ਫਰਕ ਨਹੀਂ ਹੈਗਾ। ਤੇ ਇਹ ਮਤਲਬ ਇਹ ਅਵੇਅਰਨੈਸ ਦੀ ਜ਼ਰੂਰਤ ਹੈ, ਤੇ ਯੰਗ ਲੋਕਾਂ ਨੂੰ ਵੀ ਸਮਝਾਉਣ ਦੀ ਜ਼ਰੂਰਤ ਹੈ ਕਿ ਅੰਗਰੇਜ਼ਾਂ 'ਚ ਵੀ ਇਹ ਜਜ਼ਬਾ ਪੈਦਾ ਕਰਨ ਕਿ ਸਾਰੇ ਇਨਸਾਨ ਬਰਾਬਰ ਨੇ, ਕੋਈ ਊਂਚ ਨੀਚ ਦਾ ਫਰਕ ਨਹੀਂ ਹੋਣਾ। ਠੀਕ ਹੈ ਜੀ, ਓਕੇ ਜੀ, ਬਹੁਤ ਮਿਹਰਬਾਨੀ ਜੀ ਇਜਾਜ਼ ਸਾਹਿਬ। ਇਹ ਤਾਂ ਸੀ ਜੀ ਇਜਾਜ਼ ਹੋਣੀ। ਤੁਸੀਂ ਵੀ ਜਿਹੜਾ ਹੈਗਾ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦੇ ਆ। ਨੰਬਰ ਹੈਗਾ 0300 7702246, ਕਿਉਂਕਿ ਨਸਲਵਾਦ ਜਿਹੜਾ ਹੈਗਾ ਉਸ ਸਮੇਂ ਦੇ ਮੁਤਾਬਕ ਗਿਰਗਟ ਵਾਂਗ ਰੰਗ ਬਦਲਦਾ ਹੈਗਾ, ਤੇ ਜਿਹੜਾ ਉਹਨਾਂ ਸਾਨੂੰ ਬਹੁਤ ਮਾਨਸਿਕ ਤੌਰ 'ਤੇ ਬਹੁਤ ਬੜਾ ਨੁਕਸਾਨ ਹੁੰਦਾ ਹੈਗਾ, ਤੇ ਤੁਹਾਨੂੰ ਫਿਜ਼ੀਕਲ ਵੀ ਬਹੁਤ ਬੜਾ ਨੁਕਸਾਨ ਹੁੰਦਾ ਹੈਗਾ।
ਕਈ ਲੋਕੀ ਤਾਂ ਇਸ ਗੱਲ ਕਰਕੇ ਜਿਹੜਾ ਸੁਸਾਈਡ ਵੀ ਕਰ ਲੈਂਦੇ ਹੈ ਤੇ ਸੁਸਾਈਡ ਹੋਏ ਵੀ ਹੈਗੇ ਲੋਕਾਂ ਦੇ, ਕਿਉਂਕਿ ਹਰਾਸਮੈਂਟ ਜਿਹੜੀ ਤੁਹਾਨੂੰ ਕੰਮ ਤੇ ਹੁੰਦੀ ਹੈ, ਕੰਮ ਤੇ ਤਰੱਕੀਆਂ ਤੁਹਾਨੂੰ ਮਿਲਦੀਆਂ। ਤੇ ਜਿਹੜਾ ਸਾਡੇ ਹੈਲੋ ਜੀ, ਕੌਣ ਤੇ ਜੀ, ਕਿੱਥੇ ਬੋਲਦੇ? ਵੈਲਕਮ ਹੈ ਜੀ। ਹੈਲੋ ਜੀ, ਡਾਕਟਰ ਸਾਹਿਬ ਬਲਬੀਰ ਰਾਏ ਬੋਲਦੇ ਜੀ। ਬਲਬੀਰ ਜੀ, ਕੀ ਕਹਿਣਾ ਚਾਹੋਗੇ? ਮੁੱਦਾ ਤੁਹਾਡਾ ਬਹੁਤ ਵਧੀਆ। ਹਾਂਜੀ, ਬਹੁਤ ਵਧੀਆ, ਨਹੀਂ ਦੁੱਖ ਦੀਆਂ ਗੱਲਾਂ ਹੈ ਬਹੁਤ ਸਾਰੀਆਂ ਜਿਹੜੀਆਂ ਕਿ ਸਮਝਣ ਦੀ ਲੋੜ ਹੈਗੀ ਆ। ਗੱਲ ਇੱਦਾਂ ਡਾਕਟਰ ਸਾਹਿਬ, ਜੇ ਅਸੀਂ ਗੋਰਿਆਂ ਦੀ ਗੱਲਬਾਤ ਕਰ ਲਈਏ ਨਾ, ਇਹ ਵੀ ਇਹਨਾਂ ਨੇ ਫਰਕ ਤਾਂ ਕੀਤਾ ਜੋ ਹੈਗਾ। ਬਹੁਤ ਸਾਰੇ ਜਿਹੜੇ ਪਹਿਲੇ ਲੋਕ ਆਏ ਜਾਂ ਤੁਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰ ਦਿੱਤੀਆਂ ਹੈਗੀਆਂ ਕੀਤਾ, ਪਰ ਹੁਣ ਇਹ ਵੀ ਇਸ ਗੱਲ ਤੋਂ ਦੁਖੀ ਆ ਵੀ ਜਿਹੜੀ ਇੰਗਲੈਂਡ ਦੀ ਜਿਹੜੀ ਵੋਟ ਆ ਨਾ, ਜਿਹੜੀ ਇਹ ਕਿਸ਼ਤੀ ਹੈ ਜ਼ਿਆਦਾ ਭਾਰੀ ਹੋ ਗਈ ਆ। ਹਾਂਜੀ 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 ਹਾਂਜੀ, ਇਹ ਆਮ ਗੱਲਾਂ ਕਰਦੇ ਰਹਿੰਦੇ ਗੋਰੇ। ਇੱਥੇ ਬਹੁਤ ਸਾਰੇ ਲੋਕਾਂ ਮੁਲਕਾਂ ਦੇ ਲੋਕ ਆ ਗਏ ਆ ਜਿਨ੍ਹਾਂ ਵਿੱਚ ਅਸੀਂ ਵੀ ਆ ਤੇ ਹੋਰ ਲੋਕ ਵੀ ਹੈਗੇ ਆ, ਤੇ ਬਈ ਇਹ ਤਕਲੀਫ ਪਾਉਂਦੇ ਆ ਬਈ ਇਹ ਇੱਥੇ ਜ਼ਿਆਦਾ ਆ ਗਿਆ ਹੁਣ ਸਾਡੇ ਲਈ, ਵੀ ਸਾਨੂੰ ਤੰਗੀ ਆ, ਕਿਉਂਕਿ ਇਹ ਵਿਹਲੇ ਵੀ ਹੈਗੇ ਲੋਕ ਬਹੁਤ ਸਾਰਾ, ਕਈ ਕੁਛ ਇਹ ਵੀ ਤੰਗੀਆਂ ਕੱਟਦੇ ਹੈਗੇ ਆ। ਪਰ ਇਹ ਜਿਹੜਾ ਮਸਲਾ ਨਾ ਡਿਸਕ੍ਰਿਮੀਨੇਸ਼ਨ ਦਾ ਜਾਂ ਰੇਸਿਜ਼ਮ ਦਾ, ਇਹ ਇੰਨਾ ਡੂੰਘਾ ਨਹੀਂ ਕਰਦੇ ਜਿੰਨਾ ਸਾਡੇ ਲੋਕਾਂ ਨੇ ਸਾਡੇ ਲੋਕਾਂ ਦੇ ਨਾਲ ਕੀਤਾ ਹੈ। ਬਿਲਕੁਲ, ਕਿਉਂਕਿ ਜਿਹੜੀ ਜਾਤ ਪਾਤ ਹੈਗੀ ਉਹ ਤਾਂ ਰੇਸਿਜ਼ਮ ਨਾਲੋਂ ਬਹੁਤ ਜ਼ਿਆਦਾ ਡੇਂਜਰਸ ਹੈ, ਬਹੁਤ ਖਤਰਨਾਕ ਹੈ ਜੀ। ਭਾਵੇਂ ਦੇਖ ਲਓ ਵੀ ਅਸੀਂ ਉੱਥੇ ਇਕੱਠੇ ਹੀ ਰਹਿੰਦੇ ਆ, ਇੱਥੇ ਵੀ ਇਕੱਠੇ ਰਹਿੰਦੇ ਆ, ਸਾਡਾ ਖਾਣਾ ਪੀਣਾ ਇੱਕ ਆ, ਇੱਕੋ ਤਰ੍ਹਾਂ ਦਾ ਅਸੀਂ ਖਾਂਦੇ ਪੀਂਦੇ, ਇੱਕੋ ਤਰ੍ਹਾਂ ਦਾ ਕੱਪੜਾ ਲੀੜਾ ਪਾਉਂਦੇ ਆ, ਇੱਕੋ ਤਰ੍ਹਾਂ ਦੀ ਅਸੀਂ ਬੋਲੀ ਬੋਲਦੇ ਆ, ਬੈਠਣ ਉੱਠਣ ਸਭ ਕੁਝ ਜਾਣੀ ਇੱਕੋ ਹੋਣ ਦੇ ਬਾਵਜੂਦ ਵੀ ਸਾਡੇ ਅੰਦਰ ਉਹ ਜ਼ਹਿਰ ਆ, ਉਹ ਨਫ਼ਰਤ ਆ, ਜਿਹੜੀ ਅਸੀਂ ਇਕੱਠੀ ਗੱਲਬਾਤ ਨਹੀਂ ਕਦੀ ਕਰ ਸਕਦੇ ਇੱਕੋ ਜਗ੍ਹਾ ਬਹਿ ਕੇ। ਬਹੁਤ ਫਰਕ ਹੈ ਸਾਡੇ ਅੰਦਰ, ਔਰ ਆਪਣੇ ਆਪ ਨੂੰ ਧਰਮਾਂ ਨੂੰ ਇੱਕ ਦੂਜੇ ਤੋਂ ਉੱਚਾ ਕਹਿਣਾ ਜਾਂ ਆਪਣੀਆਂ ਜਾਤਾਂ ਨੂੰ ਉੱਚਾ ਕਹਿਣਾ, ਅਸੀਂ ਫਖਰ ਮਹਿਸੂਸ ਕਰਦੇ, ਭਾਵੇਂ ਇਨਸਾਨ ਹੀ ਆ, ਅਸੀਂ ਸਾਰੇ ਹੈਗੇ ਇਨਸਾਨ ਆ, ਪਰ ਅਸੀਂ ਜਾਣੀ ਇੰਨਾ ਫਰਕ ਰੱਖਿਆ ਉਸ ਗੱਲ ਦੇ ਵਿੱਚ ਵੀ ਦੂਜੇ ਬੰਦੇ ਨੂੰ ਅਸੀਂ, ਕਿਉਂਕਿ ਉਹ ਡਾਕਟਰ ਸਾਹਿਬ ਉੱਥੇ ਜ਼ਮੀਨ ਦੀ ਜਿਹੜੀ ਕਾਣੀ ਵੰਡਿਆ ਨਾ, ਹਾਂਜੀ ਹਾਂਜੀ ਹਾਂਜੀ, ਸਾਰੇ ਭਾਰਤ ਵਿੱਚ ਵੀ ਕਹਿ ਲਓ, ਪਰ ਆਪਾਂ ਤਾਂ ਪੰਜਾਬੀ ਆ, ਪੰਜਾਬ ਵਿੱਚ ਕਹਿ ਲੈਂਦੇ ਆ, ਪੰਜਾਬ ਵਿੱਚ ਜਿਹੜੀ ਜ਼ਮੀਨ ਦੀ ਕਾਣੀ ਵੰਡ ਹੋਈ ਹੈ ਨਾ, ਉਹਨੇ ਨਾ ਬਹੁਤ ਸਾਰੇ ਨਾਲ ਰੁਤਬੇ ਲਾਏ ਹੋਆ ਨਾਲ ਬੰਦਿਆਂ ਨੇ। ਠੀਕ ਹੈ ਠੀਕ ਹੈ ਠੀਕ ਹੈ, ਉਹਨੇ ਸਰਦਾਰੀ ਲਾਈ ਹੋਆ ਨਾਲ, ਉਹਨੇ ਚੌਧਰੀ ਬਣਾਏ ਹੋਆ ਬਹੁਤ ਸਾਰੇ, ਤੇ ਉਹਨੇ ਠਾਕਰ ਬਣਾਏ ਹੋਆ ਬਹੁਤ ਸਾਰੇ। ਇਹ ਕਹਿਣ ਨੂੰ ਭਾਵੇਂ ਆਪਾਂ ਵੰਡ ਕੇ ਛਕੀ ਜਾਂਦੇ, ਪਰ ਫਰਕ ਬਹੁਤ ਆ। ਬਿਲਕੁਲ 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 ਬਿਲਕੁਲ। ਜੇ ਅਸੀਂ ਗੋਰਿਆਂ ਦੀਆਂ ਗੱਲਾਂ ਕਰਦੇ ਹਾਂ ਤਾਂ ਅਸੀਂ ਆਹ ਜਿਹੜਾ ਮੁਲਕ ਆ ਨਾ, ਇੱਥੇ ਉੱਥੋਂ ਅਸੀਂ ਗੋਰਿਆਂ ਨੂੰ ਭਜਾਇਆ ਸੀ। ਊਧਮ ਸਿੰਘ, ਭਗਤ ਸਿੰਘ ਹੋਣਾ ਦੇ ਅਸੀਂ ਗੁਣ ਗਾਉਂਦੇ ਆ ਵੀ ਉਹਨਾਂ ਨੇ ਉੱਥੋਂ ਦੜਾ ਦਿੱਤਾ ਸੀ ਇਹਨਾਂ ਨੂੰ ਇੱਥੇ, ਪਰ ਅਸੀਂ ਇਹਨਾਂ ਦੇ ਮਗਰ ਆ ਕੇ ਇੱਥੇ ਫਿਰ ਵੀ ਬੈਠੇ, ਫਿਰ ਵੀ ਸਾਡੇ ਨਾਲ ਉਹ ਡਿਸਕ੍ਰਿਮੀਨੇਸ਼ਨ ਨਹੀਂ ਹੋ ਰਿਹਾ ਜਿੱਦਾਂ ਦਾ ਸਾਡੇ ਲੋਕ ਸਾਡੇ ਨਾਲ ਕਰ ਰਹੇ। ਇਹਦਾ ਸੋਲੂਸ਼ਨ ਤੁਸੀਂ ਕੀ ਦੇਖਦੇ ਆ ਆਪਣੇ ਬਲਵੀਰ ਜੀ? ਪਿੱਛੇ ਤਾਂ ਮੈਂ ਕਹਿੰਦਾ ਜਿਹੜੀ ਬਹੁਤ ਸਾਰੀ ਕਾਣੀ ਵੰਡ ਉਹ ਬਰਾਬਰ ਹੋਵੇ। ਹਾਂਜੀ ਹਾਂਜੀ, ਜਿਹੜੀ ਭਾਰਤ ਦੇਸ਼ ਤੋਂ ਹੈਗੀ ਆ, ਠੀਕ ਆ, ਉਹ ਬਹੁਤ ਬੜਾ ਪਾੜਾ ਆ, ਫਰਕ ਹੈ ਇਸ ਗੱਲ ਦਾ। ਉਹ ਜੀਣ ਨਹੀਂ ਦਿੰਦਾ ਲੋਕਾਂ ਨੂੰ, ਜਿਹੜਾ ਚੰਗੀ ਰੋਟੀ ਖਾਂਦਾ ਖਾਈ ਜਾਂਦਾ, ਜਿਹੜਾ ਭੁੱਖਾ ਮਰਦਾ ਮਰੀ ਜਾਂਦਾ ਹੈਗਾ। ਠੀਕ ਆ ਠੀਕ ਆ ਠੀਕ ਆ, ਕਿਉਂਕਿ ਕੰਮਕਾਰ ਜੋਬ ਤਾਂ ਹਰੇਕ ਲਈ ਨਹੀਂ ਨਾ, ਉੱਥੇ ਪਿੰਡ ਦੇ ਵਿੱਚ ਦੇਖ ਲਓ ਇੱਕ ਦੋ ਬੰਦੇ ਕੰਮ ਦੇ ਉੱਤੇ ਹੁੰਦੇ ਆ। ਠੀਕ ਆ ਠੀਕ ਆ ਬਲਵੀਰ ਜੀ, ਥੈਂਕ ਯੂ। ਹਾਂਜੀ ਹਾਂ ਡਾਕਟਰ ਸਾਹਿਬ, ਦੂਜੀ ਗੱਲ ਇਹ ਹੈਗੀ ਆ ਵੀ ਜਿਹੜਾ ਵੱਧ ਉਮਰ ਦੇ ਲੋਕਾਂ ਵਿੱਚ ਬਹੁਤ ਜ਼ਿਆਦਾ ਇਹ ਫਰਕ ਹੈਗਾ ਆ। ਜਿਹੜੇ ਲੋਕ ਉੱਥੋਂ ਲੈ ਕੇ ਆਏ ਨਾ, ਉਹ 40 50 60 70 ਸਾਲ ਦੇ, ਜਿੰਨੇ ਮਰਜ਼ੀ 80 ਸਾਲ ਤੱਕ ਵੀ ਹੋ ਜਾਣ, ਉਹਨਾਂ ਵਿੱਚੋਂ ਜਾਂਦੇ ਨਹੀਂ। ਜਿੱਦਾਂ ਮਾਨ ਸਾਹਿਬ ਨੇ ਕਿਹਾ ਸੀ ਨਾ, ਮੈਂ ਕਰੋਨਾ ਦੀ ਬਿਮਾਰੀ ਹਟ ਜਾਊਗੀ, ਇਹ ਨਹੀਂ ਜਾਣੀ ਹੈਗੀ। ਮੈਂ ਕਹਿੰਦਾ ਕਰੋਨਾ ਦੀ ਤਾਂ ਇਸ ਜ਼ਿੰਦਗੀ 'ਚ ਹਟ ਜਾਣੀ ਆ, 50 ਸਾਲਾਂ 'ਚ ਹਟ ਜਾਊ, 2 ਸਾਲਾਂ 'ਚ ਹਟ ਜਾਊਗੀ। ਇਹ ਤਾਂ ਪੀੜ੍ਹੀਆਂ ਤੋਂ ਚੱਲੀ ਜਾਂਦੀ ਆ। ਇਹ ਜਿਹੜੇ ਲੋਕ ਉੱਥੋਂ ਲੈ ਕੇ ਨਾਲ ਆ ਰਹੇ, ਇਹ ਨਾਲੋਂ ਨਾਲ ਜਿੰਦੀ ਕਰ ਰਹੇ ਇਹਨੂੰ, ਔਰ ਉਹਦਾ ਖਾਤਮਾ ਹੋਣਾ ਬਹੁਤ ਜ਼ਰੂਰੀ ਹੈ। ਠੀਕ ਹੈ ਜੀ, ਆਪਣੇ ਬਲਵੀਰ ਜੀ, ਇਹ ਤਾਂ ਸੀ ਜੀ ਬਲਵੀਰ ਰਾਏ ਹੋਣੀ। ਤੁਸੀਂ ਵੀ ਜਿਹੜਾ ਹੈਗਾ ਸਾਨੂੰ ਟੈਲੀਫੋਨ ਕਾਲ ਕਰ ਸਕਦੇ ਹੈਗੇ। ਸਾਡੇ ਤੋਂ ਅਜੇ ਵੀ 13 ਮਿੰਟ ਹੈਗੇ ਆ। ਨੰਬਰ ਜਿਸ ਤਰ੍ਹਾਂ ਮੈਂ ਦੱਸਿਆ ਉਹ ਸਕਰੀਨ 'ਤੇ ਵੀ ਆ ਰਿਹਾ, ਅਤੇ ਸਾਡੇ ਯਾਨੀ ਕਿ ਜਿਹੜਾ ਹੈਗਾ ਨੰਬਰ 0300 770 2246 ਨੰਬਰ ਘੁਮਾ ਕੇ ਤੁਸੀਂ ਜਿਹੜੀ ਕਾਲ ਹੈਗੀ। ਹੈਲੋ ਜੀ, ਕੌਣ ਤੇ ਜੀ, ਕਿੱਥੇ ਬੋਲਦੇ? ਵੈਲਕਮ ਹੈ ਜੀ। ਹੈਲੋ ਜੀ, ਹਰੀਸ਼ ਜੀ, ਬਲਵੀਰ ਬੋਲਦਾ ਗੁਰਦਾਸਪੁਰ। ਹਾਂਜੀ ਬਲਵੀਰ ਜੀ, ਕੀ ਕਹਿਣਾ ਚਾਹੋਗੇ? ਹਾਂਜੀ ਹਰੀਸ਼, ਮੈਂ ਮਤਲਬ ਕਿ ਬਹੁਤਾ ਟਾਈਮ ਤਾਂ ਨਹੀਂ ਲੈਣਾ ਚਾਹੁੰਦਾ। ਮੈਂ ਕਹਿੰਦਾ ਸਾਡੀ ਜਿਹੜੀ ਸੋਚ ਹੈ ਨਾ, ਸਾਡੀ ਮਾਨਸਿਕਤਾ ਉੱਥੇ ਹੀ ਖੜੀ ਆ। ਅਸੀਂ ਰੌਲਾ ਤਾਂ ਸਾਰੇ ਪਾਈ ਜਾਂਦੇ ਆ, ਪਰ ਬੋਰੇ ਲਾ ਕੇ ਕੋਈ ਨਹੀਂ ਕੁਛ ਕਰਕੇ ਰਾਜੀ ਹੈਗਾ। ਜਿਹੜਾ ਮੂਹਰੋਂ
ਜਿਹੜਾ ਕੋਈ ਮੂਹਰੇ ਲੱਗਦਾ ਵੀ ਉਹਦੀਆਂ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਆ, ਉਹ ਕਹਿੰਦੇ ਸਾਡੀ ਬਰਾਦਰੀ ਚ ਹੀ ਹੁੰਦੇ ਆ, ਤੈਨੂੰ ਕੋਈ ਜ਼ਰੂਰਤ ਪਈ ਆ ਤੂੰ ਕਾਹਤੋਂ ਕਰਦਾ ਇਹ। ਕਿਉਂਕਿ ਇੱਕ ਦੋ ਉਦਾਹਰਨਾਂ ਮੈਂ ਦਿੰਦਾ, ਸਾਡੇ ਪਿੰਡ ਦੇ ਵਿੱਚ ਇੱਕੋ ਗੁਰਦੁਆਰਾ ਹੁੰਦਾ ਸੀ ਪਹਿਲਾਂ। ਹਾਂਜੀ ਹਾਂਜੀ ਹਾਂਜੀ। ਅੱਛਾ, ਉਸੇ ਗੁਰਦੁਆਰੇ ਦੇ ਵਿੱਚ ਜਿਹੜੇ ਮਤਲਬ ਵੀ ਰਮਦਾਸੀਆ ਵਰਗ ਸੀ ਉਹ ਬਾਹਰ ਪਾਉਂਦੇ ਸੀ ਤੇ ਦੂਜੇ ਅੰਦਰ ਬਹਿੰਦੇ ਸੀ। ਦੱਸੋ ਤਾਂ। ਭਾਵੇਂ ਗਰਮੀ ਆ, ਭਾਵੇਂ ਮੀਂਹ ਪੈਂਦਾ, ਭਾਵੇਂ ਕੁਛ ਵੀ ਆ। ਅੱਛਾ, ਮੈਂ ਉਹਦੇ ਵਾਸਤੇ ਕਾਫੀ ਸਟਰਗਲ ਕੀਤੀ। ਅੱਛਾ ਜੀ। ਤੇ ਕਾਹਤੋਂ ਨਹੀਂ ਤੁਸੀਂ ਇਹਨਾਂ ਨੂੰ ਅੰਦਰ ਵਾੜਦੇ ਹੈਗੇ। ਅੱਛਾ, ਜਦੋਂ ਮੈਂ ਉਹਨਾਂ ਨੂੰ ਅੰਦਰ ਵਾੜਨਾ ਸ਼ੁਰੂ ਕੀਤਾ ਤੇ ਜਿਹੜੇ ਸਾਡੇ ਵਾਲੇ ਪਾਸੇ ਸੀ ਉਹ ਉਧਰੋਂ ਭੱਜਣੇ ਸ਼ੁਰੂ ਹੋ ਗਏ ਗੁਰਦੁਆਰੇ ਚੋਂ। ਅੱਛਾ, ਚੱਲੇ ਤਾਂ ਗੱਲ ਹੀ ਬਾਕੀ ਨਾਲ ਆਪਾਂ ਕਬਜ਼ਾ ਕਰਦੇ ਆ ਇੱਥੇ। ਪਰ ਫਿਰ ਵੀ ਉਹਨਾਂ ਦੀ ਨਫ਼ਰਤ ਗਈ ਨਹੀਂ ਹੈਗੀ। ਤਾਂ ਅਖੀਰੀ ਕੀ ਹੋਇਆ, ਉਧਰਲੇ ਪਾਸੇ ਨੂੰ ਮਤਲਬ ਆਪ ਦਾ ਅਲੱਗਾ ਗੁਰਦੁਆਰਾ ਬਣਾਉਣਾ ਪੈ ਗਿਆ। ਇਹੀ ਕਾਰਨ ਹੈ, ਇਹੀ ਕਾਰਨ ਹੈ। ਜਦੋਂ ਉਹ ਜਿਹੜੇ ਸਾਡੇ ਜਦੋਂ ਮਤਲਬ ਵੀ ਅਸੀਂ ਗੱਲ ਤਾਂ ਕਰਦੇ ਹਾਂ, ਪਰ ਜਾਤੀਵਾਦ ਦਾ ਭੂਤ ਆ ਨਾ ਜਿਹੜਾ ਸਾਡੇ ਦਿਮਾਗਾਂ ਨੂੰ ਬੜਾ ਉਹ ਨਿਕਲਦਾ ਨਹੀਂ। ਪਰ ਬਲਵੀਰ ਜੀ, ਜਿਹੜਾ ਇਹ ਇਹਨਾਂ ਦਾ ਵਾਹਿਗੁਰੂ ਰੱਬ ਹੈਗਾ, ਉਹਨੂੰ ਦਿਸਦਾ ਨਹੀਂ ਲੈ ਵੀ ਆਹ ਕੁਛ ਹੋ ਰਿਹਾ, ਉਹ ਕਿਉਂ ਨਹੀਂ ਕੁਛ ਕਰਦਾ ਜੇ ਹੈਗਾ ਤਾਂ? ਪ੍ਰੋਬਲਮ ਤਾਂ ਇਹੀ ਹੈਗੀ ਹੈ ਨਾ। ਹੁਣ ਦੇਖੋ ਤੁਸੀਂ ਕਿੰਨੇ ਗੁਰਦੁਆਰੇ ਨੇ, ਕਿੰਨੇ ਮੰਦਿਰ ਨੇ, ਕਿੰਨੇ ਮਸਜਿਦ ਨੇ, ਉਹਨਾਂ ਦੇ ਵਿੱਚ ਕਿਸੇ ਨੂੰ ਛੇਤੀ ਕਿਤੇ ਵੜਨ ਨਹੀਂ ਦਿੰਦੇ। ਇਦਾਂ ਹੀ ਆ, ਇਦਾਂ। ਹੁਣ ਮੈਂ ਕੱਲ ਹੀ ਮਤਲਬ ਕਿ ਬਨਾਸ ਦੀ ਡਾਕੂਮੈਂਟਰੀ ਦੇਖ ਰਿਹਾ ਸੀਗਾ, ਜਿੱਥੇ ਕਿ ਮਤਲਬ ਕਿ ਜੇ ਕੋਈ ਸੂਤ ਵਗੈਰਾ ਜਿਹੜਾ ਸੂਤ ਵਗੈਰਾ ਕਿਸੇ ਮੰਦਿਰ ਵਿੱਚ ਜਾ ਵੜਦਾ ਹੈ ਉਹਨੂੰ ਬੁਰੀ ਤਰ੍ਹਾਂ ਕੁੱਟਦੇ ਮਾਰਦੇ ਆ। ਇਦਾਂ ਹੀ, ਇਦਾਂ ਹੈ। ਯੈਸ 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 ਯੈਸ। ਤੇ ਹੁਣ ਇੱਥੇ ਗਲਾਸਗੋ ਦੀ ਮਤਲਬ ਇੱਕ ਉਦਾਹਰਨ ਦਿੰਦਾ। ਇੱਥੇ ਇੱਕ ਵਾਰੀ ਅਸੀਂ ਇਕੱਠੇ ਬੈਠੇ ਸੀ ਕਾਫੀ ਜਾਣੇ, ਤੇ ਉੱਥੇ ਚੱਲ ਪਈ ਲੜੀ ਮਤਲਬ ਜਾਤ ਪਾਤ ਦੀ ਗੱਲ। ਤੇ ਇੱਕ ਬੰਦਾ ਸੀ ਉਹ ਕਹਿੰਦਾ ਜੀ ਸਾਨੂੰ ਕਹਿੰਦਾ ਕਿ ਵੀ ਜ਼ਿਮੀਦਾਰ ਆ ਜਿਹੜੇ ਜੱਟ ਆ ਇਹ ਉਹ ਮਤਲਬ ਉੱਚੀਆਂ ਜਾਤਾਂ ਵਾਲੇ ਆ, ਸਾਡੇ ਨਾਲ ਰੈਸਟ ਨਹੀਂ ਕਰਦੇ। ਰਮਦਾਸੀਆ ਸਿੰਘ ਸੀਗਾ ਉਹ। ਤੇ ਉੱਥੇ ਇੱਕ ਬੰਦਾ ਹੋਰ ਬੈਠਾ ਸੀਗਾ ਜਿਹੜਾ ਕਿ ਮਤਲਬ ਕਿ ਰਮਦਾਸੀਏ ਨੂੰ ਨਹੀਂ ਆਪਾਂ ਨੌ ਤਾਂ ਨਹੀਂ ਲੈਣਾ ਚਾਹੁੰਦਾ, ਥੋੜਾ ਨੀਵੀਂ ਕਲਾਸ ਦਾ ਸੀ। ਉਸ ਬੰਦੇ ਨੂੰ ਕਹਿੰਦਾ ਵੀ ਗੱਲ ਸੁਣ, ਤੂੰ ਉੱਤੇ ਨੂੰ ਤਾਂ ਦੇਖਦਾ, ਥੱਲੇ ਨੂੰ ਵੀ ਦੇਖਿਆ ਕਰ। ਪੈਸਾ ਤੇਰੇ ਕੋਲ ਵੀ ਬਹੁਤ, ਮੇਰੇ ਕੋਲ ਵੀ ਬਹੁਤ, ਤੇਰਾ ਮੁੰਡਾ ਵਿਆਹੁਣ ਵਾਲਾ, ਮੇਰੀ ਕੁੜੀ ਵਿਆਹੁਣ ਵਾਲੀ, ਕਹਿੰਦਾ ਹੁਣੇ ਫੜ ਲੈ ਦਿੱਤਾ। ਉਹ ਜਿਹੜਾ ਬੰਦਾ ਸੀ ਉੱਠ ਕੇ ਭੱਜ ਗਿਆ। ਇਦਾਂ ਹੀ, ਇਦਾਂ ਹੈ, ਇਦਾਂ ਹੈ, ਇਦਾਂ ਹੈ, ਇਦਾਂ ਹੈ। ਮਤਲਬ ਕਿ ਜਿਹੜੀ ਅਸੀਂ ਕਹਿਣੀ ਤੇ ਕਰਨੀ ਦੇ ਵਿੱਚ ਹੈ ਨਾ, ਬਹੁਤ ਫਰਕ ਹੈਗਾ, ਬਹੁਤ ਜ਼ਿਆਦਾ ਫਰਕ ਆ। ਯਾ ਤੇ ਸਾਨੂੰ ਜਿੰਨਾ ਚਿਰ ਇਹ ਨਹੀਂ ਮਿਟਦਾ ਹੈਗਾ, ਸਾਡੇ ਦਿਮਾਗ 'ਚ ਗੱਲ ਨਿਕਲਦੀ ਨਹੀਂ ਹੈ, ਉਹਨਾਂ ਚਿਰ ਅਸੀਂ ਮਤਲਬ ਕਿ ਵੀ ਉਤਲੇ ਪਾਸੇ ਨੂੰ ਨਹੀਂ ਜਾ ਸਕਦੇ ਹੈ। ਠੀਕ ਹੈ ਬਲਵੀਰ ਜੀ, ਬਹੁਤ ਮਿਹਰਬਾਨੀ। ਥੈਂਕ ਯੂ ਜੀ। ਓਕੇ ਜੀ, ਇਹ ਤਾਂ ਸੀ ਜੀ ਬਲਵੀਰ ਫਰਵਾਹਾ ਹੁਣੀ ਆਪਣੇ ਗਲਾਸਗੋ ਤੋਂ। ਤੇ ਤੁਸੀਂ ਵੀ ਜਿਹੜਾ ਹੈਗਾ ਸਾਨੂੰ ਟੈਲੀਫੋਨ ਕਾਲ ਕਰ ਸਕਦੇ ਆ, ਸਾਡੇ ਕੋਲ ਅਜੇ ਵੀ ਤਕਰੀਬਨ 10 ਮਿੰਟ ਹੈਗੇ ਆ। ਨੰਬਰ ਜਿਹੜਾ ਸਕਰੀਨ ਦੇ ਥੱਲੇ ਵੀ ਆ ਰਿਹਾ ਹੈਗਾ। ਤੇ ਇਹ ਮਸਲਾ ਯਾਨੀ ਕਿ ਇੰਨਾ ਡੂੰਘਾ, ਇੰਨਾ ਯਾਨੀ ਕੰਪਲੀਕੇਟਡ ਹੈ। ਅਸੀਂ ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ ਆ ਜੀ? ਵੈਲਕਮ ਜੀ। ਡਾਕਟਰ ਸਾਹਿਬ, ਮੇਰਾ ਨਾਮ ਪੁਰਸ਼ੋਤਮ ਹੈ। ਹਾਂਜੀ ਪੁਰਸ਼ੋਤਮ ਭਾਜੀ, ਕੀ ਕਹਿਣਾ ਚਾਹੋਗੇ ਤੁਸੀਂ? ਪਹਿਲਾਂ ਤਾਂ ਜਿਹੜਾ ਤੁਹਾਡਾ ਟੌਪਿਕ ਆ ਇਹ ਬਹੁਤ ਸੋਹਣਾ ਆ, ਬਹੁਤ ਸੋਹਣਾ ਲਿਖਿਆ ਆ, ਔਰ ਜੋ ਕੁਝ ਵੀ ਗੱਲ ਕਰਨੀ ਆ ਸਾਰਾ ਕੁਝ ਉਹਨੇ ਕਵਰ ਕੀਤਾ ਆ। ਮੈਨੀ ਥੈਂਕਸ ਜੀ, ਥੈਂਕ ਯੂ, ਥੈਂਕ ਯੂ ਨਾ। ਔਰ ਆ ਮੈਂ ਦੇਖਿਆ ਇਹ ਜਿਹੜੀ ਚੀਜ਼ ਹੈਗੀ ਹੈ ਡਿਸਕ੍ਰਿਮੀਨੇਸ਼ਨ ਜਾਂ ਰੇਸ਼ਲਿਜ਼ਮ, ਇਹ ਹਿਊਮਨ ਬੀਇੰਗਸ 'ਚ ਬਟ ਨੈਚੁਰਲ ਆ। ਇਹ ਅਸੀਂ ਆਪਣੀਆਂ ਗੱਲਾਂ ਕਰਦੇ ਕਿਉਂਕਿ ਸਾਨੂੰ ਆਪਣਾ ਪਤਾ ਆ। ਇਹ ਗੋਰਿਆਂ 'ਚ ਵੀ ਹੈਗਾ ਆ, ਇਹ ਕਾਲਿਆਂ 'ਚ ਵੀ ਹੈਗਾ, ਇਹ ਸਾਰੇ ਹਿਊਮਨ ਬੀਇੰਗਸ ਵਿੱਚ ਹੈਗਾ ਆ। ਪਰ ਇਹਦੇ ਵਿੱਚੋਂ ਨਿਕਲਣਾ ਪੈਣਾ ਆ, ਔਰ ਇਹਦੇ ਨਿਕਲਣ ਦਾ ਇਹਦਾ ਇੱਕੋ ਹੀ ਤਰੀਕਾ ਹੈਗਾ ਆ ਕਿ ਐਜੂਕੇਸ਼ਨ ਆ ਜਿਹੜੀ ਬਹੁਤ ਇੰਪੋਰਟੈਂਟ ਆ। ਔਰ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਉਸ ਲੈਵਲ ਤਾਈਂ ਐਜੂਕੇਟ ਕਰ ਦਿੰਨੇ ਆ ਜਿਹਦੇ ਵਿੱਚ ਇਹਨਾਂ ਦਾ ਰਿਲੀਜੀਅਸ ਬਿਲੀਵ ਹੈ ਨਾ ਥੋੜਾ ਜਿਹਾ ਘਟ ਜਾਵੇ ਤੇ ਥੋੜਾ ਜਿਹਾ ਇਹ ਇਹਨਾਂ ਦੀ ਜਿਹੜੀ ਆ ਵੇਵਲੈਂਥ ਹੀ ਡਿਫਰੈਂਟ ਹੋ ਜਾਵੇ, ਬਿਲਕੁਲ ਬਿਲਕੁਲ ਬਿਲਕੁਲ, ਫਿਰ ਇਹ ਘਟ ਸਕਦੀ ਆ। ਪਰ ਤੁਸੀਂ ਦੇਖ ਲਓ ਕਿ ਸਾਡੇ ਹੀ ਬੱਚੇ ਜਦੋਂ ਇਹ ਗਾਉਣ ਵਾਲੇ ਏਦਾਂ ਦੇ ਗਾਣੇ ਗਾਉਂਦੇ ਆ, ਔਰ ਅਸੀਂ ਕਿੱਦਾਂ ਟਰਾਈ ਕਰੀਏ ਕਿ ਇਹਨਾਂ ਵਿੱਚ ਇਹ ਜਿਹੜੀ ਆ ਇਹ ਕੈਂਸਰ ਆ, ਇਹਦੇ ਚੋਂ ਨਿਕਲ ਕਿੱਦਾਂ ਸਕਦੇ ਆ? ਬਿਲਕੁਲ ਬਿਲਕੁਲ ਬਿਲਕੁਲ, ਸਾਡਾ ਸਮਾਜ ਹੀ ਨਹੀਂ ਨਿਕਲਣ ਦਿੰਦਾ ਇਹਨੂੰ ਇਹਦੇ ਵਿੱਚੋਂ। ਕਿਉਂਕਿ ਜਿਹੜੇ ਚੀਫ ਆ, ਜਿਹੜੇ ਵੱਡੇ ਆ, ਜਿਹੜੇ ਸਰਦਾਰ ਆ, ਉਹਨਾਂ ਨੂੰ ਇਹ ਜਾਤ ਪਾਤ ਰੱਖਣ ਦੇ ਵਿੱਚ ਬਹੁਤ ਫਾਇਦੇ ਆ ਕਿਉਂਕਿ ਸਰਦਾਰੀਆਂ 'ਚ ਹੀ ਰਹਿਣਗੇ। ਬਿਲਕੁਲ ਬਿਲਕੁਲ ਬਿਲਕੁਲ, ਬਾਕੀ ਤਾਂ ਗੁਰਦੁਆਰਿਆਂ 'ਚ ਭਾਂਡੇ ਹੀ ਬਣ ਜਾਣਗੇ। ਇਹਦਾ ਬਸ ਮੈਂ ਤਾਂ ਇਹੀ ਕਹਿਣਾ ਕਿ ਸੁਝਾਅ ਇੱਕੋ ਹੀ ਆ ਕਿ ਆਪਣੀ ਜਨਰੇਸ਼ਨ ਜਿੰਨੀ ਵੀ ਪੜ੍ਹ ਸਕੇ ਉਹਨਾਂ ਨੂੰ ਇਸ ਲੈਵਲ ਤੋਂ ਬਹੁਤ ਉੱਤੇ ਹੀ ਕਰ ਦਿਓ ਤਾਂ ਕਿ ਉਹ ਇਨਸਾਨ ਬਣਨ, ਨਾ ਕੋਈ ਜਾਤ ਪਾਤ ਦੇ ਵਿੱਚ ਆਉਣ। ਥੈਂਕ ਯੂ ਜੀ, ਥੈਂਕ ਯੂ ਪੁਰਸ਼ੋਤਮ ਜੀ, ਥੈਂਕ ਯੂ ਵੈਰੀ। ਇਹ ਤਾਂ ਸੀ ਜੀ ਪੁਰਸ਼ੋਤਮ ਭਾਜੀ ਹੋਣੀ। ਤੁਸੀਂ ਵੀ ਜਿਹੜਾ ਹੈਗਾ ਸਾਡੇ ਨਾਲ ਗੱਲਬਾਤ ਕਰ ਸਕਦੇ ਹੈਗੇ ਆ ਕਿਉਂਕਿ ਮਸਲਾ ਇਹ ਇੰਨਾ
ਗੰਭੀਰ ਹੈਗਾ ਤੇ ਇੰਨਾ ਦੁਖਦਾਈ ਵੀ ਹੈ। ਅਜੇ ਦੇਖੋ 2021 ਦੇ ਵਿੱਚ ਆਪਾਂ ਇਹਨਾਂ ਮਸਲਿਆਂ ਬਾਰੇ ਗੱਲ ਕਰ ਰਹੇ ਜਿਹੜੇ ਕਿ ਹਜ਼ਾਰਾਂ ਸਾਲਾਂ ਤੋਂ ਸਾਡੇ ਸਮਾਜ ਦੇ ਵਿੱਚ ਇਹ ਜਿਹੜਾ ਸਾਨੂੰ ਕੌਣ ਵਾਂਗ ਖਾ ਰਿਹਾ। ਹੈਲੋ ਜੀ, ਕੌਣ ਤੇ ਜੀ, ਕਿੱਥੇ ਬੋਲਦੇ? ਵੈਲਕਮ ਹੈ ਜੀ। ਡਾਕਟਰ ਸਾਹਿਬ ਕੀ ਹਾਲ ਹੈ? ਮੈਂ ਗੁਰਬਚਨ ਬੋਲਦਾ, ਤੁਹਾਡਾ ਸੇਵਕ। ਹਾਂਜੀ ਗੁਰਬਚਨ ਜੀ, ਕੀ ਕਹਿਣਾ ਚਾਹੋਗੇ? ਸਾਰਿਆਂ ਦੀ ਮੈਂ ਇੱਕੋ ਗੱਲ ਕਹਿਣਾ ਵੀ ਇਹਨਾਂ ਵਰਗਾ ਦੇਵਤਾ ਕੋਈ ਨਹੀਂ ਹੈਗਾ। ਇਨਸਾਨੀਅਤ ਇਹਨਾਂ 'ਚ ਦੇਖ ਲਓ, ਜਰਾ ਵੀ ਕਿਸੇ ਨੂੰ ਡਿਮਾਂਡ ਹੋਵੇ, ਕਿਧਰੇ ਟਰਬਲ ਹੋਵੇ, ਉੱਥੇ ਹੈਲਪ ਕਰਦੇ ਹੁਣ ਇੰਡੀਆ 'ਚ ਲੋੜ ਪਈ ਹੈ, ਦੇਖੋ ਜਰਮਨੀ, ਪੈਰਿਸ, USA, ਇੱਥੇ ਨੇ ਦਿਲ ਖੋਲ ਕੇ ਇਹਨਾਂ ਨੇ ਚੀਜ਼ਾਂ ਭੇਜੀਆਂ। 1 ਮਿਲੀਅਨ ਇਹਨਾਂ ਨੇ ਭੇਜ ਦਿੱਤੀਆਂ ਉੱਥੇ ਵੈਕਸੀਨ ਵਗੈਰਾ ਸਾਰੀਆਂ। ਮੈਂ ਕਹਿੰਦਾ ਇਸ ਕੰਟਰੀ ਵਰਗਾ ਬੰਦੇ ਚੰਗੇ ਕੋਈ ਨਹੀਂ। ਜਰਾ ਮੇਰੇ ਨਾਲ ਵਿਤਕਰਾ ਹੋਵੇ, 2 ਗੋਰੇ ਨਾਲ ਖੜੇ ਹੋ ਜਾਣ, ਜ਼ਬਰਦਸਤ ਸਰਦਾਰ ਨੂੰ ਹੱਥ ਲਾਈ, ਇਸ ਇਨਸਾਨ ਨੂੰ ਹੱਥ ਲਾਈ। ਮਤਲਬ ਇਹਨਾਂ 'ਚ ਇੰਨਾ ਪਿਆਰ ਹੈ, ਇੰਨਾ ਸੋਹਣਾ। ਮੈਂ ਕਿਹੜੀ ਕੰਟਰੀ ਹੋਏਗੀ? ਮੈਂ 1970 'ਚ ਆਇਆ, ਮੇਰਾ ਖਿਆਲ ਮੈਂ 6 ਮਹੀਨਿਆਂ 'ਚ ਮੈਂ 1 ਹਫ਼ਤਾ 2 ਹਫ਼ਤੇ ਕਿਤੇ ਦੁਕਾਨ ਤੇ ਕੰਮ ਕੀਤਾ, ਵੇਅਰ ਹਾਊਸ। ਮੈਂ ਸੋਚਿਆ ਵੀ ਇਹ ਮਾਲ ਖਰੀਦਦਾ ਤੇ ਵੇਚਦਾ, ਵਾਈ ਨਾਟ ਵੀ। ਮੈਂ 3 ਮਹੀਨਿਆਂ 'ਚ ਮਕਾਨ ਵੀ ਖਰੀਦ ਲਿਆ, ਕਾਰ ਵੀ ਖਰੀਦ ਲਈ, ਬਿਲਕੁਲ ਫਸਟ ਕਲਾਸ। ਮੈਂ ਬਿਜ਼ਨਸ ਵੀ ਆਪਣਾ ਗੱਡੀ 'ਚ ਕਰਨ ਲੱਗ ਪਿਆ। ਕਿਹੜਾ ਕੰਟਰੀ ਹੋਏਗਾ ਜਿੱਥੇ ਤੁਸੀਂ 3 ਮਹੀਨਿਆਂ 'ਚ ਜਾਂ 6 ਮਹੀਨਿਆਂ 'ਚ ਘਰ ਵੀ ਖਰੀਦ ਲਓ ਜਾਂ ਆਪਣਾ ਕਾਰ ਵੀ ਖਰੀਦ ਲਓ। ਇੰਡੀਆ ਸਾਰੀ ਉਮਰ ਲੱਗ ਜਾਂਦੀ ਹੈ, ਘਰ ਨਹੀਂ ਜੁੜਦਾ। ਇਦਾਂ ਹੀ ਜੀ, ਇੱਥੇ ਮੈਂ ਵੱਡੇ ਵੱਡੇ ਗੋਰਿਆਂ ਦੇ ਦਰ ਗਿਆ, ਕਈ ਜਗ੍ਹਾ ਤੇ ਮੈਨੂੰ ਮਤਲਬ ਰਿਫਿਊਜ਼ਲ ਹੁੰਦੀ ਸੀ। ਮੈਂ ਕਈ ਵੀ ਜਗ੍ਹਾ 1 ਵਾਰ 7 ਵਾਰ ਇੱਕ ਦੁਕਾਨ ਤੇ ਮਾਲ ਵੇਚਣ ਗਿਆ। ਵਾਰ ਮੈਂ ਜਦੋਂ ਜਾਓ ਬਾਸਿਸ ਵੇਚਦੀ, ਬਾਸਿਸ ਜਾਓ, ਤੇ ਮੇਰੀ ਆਦਤ ਹੈ ਹਸਾਨ ਦੀ। ਕੋਈ ਗੱਲ ਕਰੋ, ਹਸਾਂਦਾ ਜ਼ਰੂਰ ਆ। ਅਚਾਨਕ ਬਾਰਿਸ਼ ਹੁੰਦੀ ਸੀ, ਜਿਸ ਮੈਂ ਬੰਦੇ ਕੋਲ 7ਵੇਂ ਦਿਨ ਗਿਆ, 7ਵੀਂ ਵਾਰ ਵੇਚਣ ਵਾਸਤੇ ਮਾਲ। ਬਾਰਿਸ਼ ਹੁੰਦੀ ਸੀ ਤੇ ਉਹ ਜਿਹੜੀਆਂ ਕੁੜੀਆਂ ਸਾ ਰਿਸੈਪਸ਼ਨ ਵਗੈਰਾ ਤੇ ਕਹਿੰਦੀਆਂ ਸਰੇਨਿੰਗ ਮਿਸਟਰ ਸਿੰਘ ਵੁੱਡ ਯੂ ਲਾਈਕ ਟੂ ਹੈਵ ਅ ਕੱਪ ਆਫ ਟੀ? ਸ਼ੋਰ। ਮੈਂ ਆਪਣੀ ਕਾਜ ਥੋੜਾ ਕੇਕ ਰੱਖਿਆ ਹੁੰਦਾ ਸੀ, ਮੈਂ ਫਟਾਫਟ ਕੇਕ ਲੈ ਕੇ ਉੱਤੇ ਟੇਬਲ ਤੇ ਰੱਖਤਾ। ਮੈਂ 2 ਜੋਕ ਜੇ ਸੁਣਾਤੇ ਜਿਹੜੇ ਲਿੰਕ ਹੁੰਦੇ ਨੇ ਉਹਦੇ ਗੱਲਾਂ ਨਾਲ। ਉਹ ਹੱਸ ਪਏ ਤੇ ਬਾਤ ਬਾਹਰ ਆ ਗਿਆ, ਵਾਈ ਯੂ ਆਰ ਲਾਫਿੰਗ। ਤੇ ਮੈਂ ਉਹਨਾਂ ਦੱਸਿਆ ਜੋਕ ਸੁਣਾਇਆ ਤੇ ਕਹਿੰਦੇ ਵਾਟ ਡੂ ਯੂ ਡੂ ਮਿਸਟਰ ਸਿੰਘ? ਮੈਂ ਕਿਹਾ ਕਹਿੰਦੇ ਕਮ ਇਨ। ਤੇ ਉਹਨੇ ਬਿਨਾਂ ਬਲਾਈਂਡ, ਬਿਨਾਂ ਮੇਰੇ ਕੋਲ ਪ੍ਰਾਈਸ ਪੁੱਛੇ ਆਰਡਰ ਦੇ ਦਿੱਤਾ। ਤਾਂ ਭਾਵੇਂ ਕਿ ਇਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਪ੍ਰਾਈਸ ਸਟਰਗਲ ਕਰੀਦਾ, ਹੈਗਲ ਕਰੀਦਾ ਤੇ ਕੱਟ ਕਰਾਈਦਾ ਨਾ। ਜੋ ਮੂੰਹ ਪ੍ਰਾਈਸ ਕੱਢੋ ਦੇ ਟੇਕ ਇਟ। ਠੀਕ ਹੈ, ਠੀਕ ਹੈ। ਆਪਣੇ ਯਸ ਉਹਨਾਂ ਨੂੰ ਸੂਟ ਕਰੇਗੀ। ਇਹ ਨਹੀਂ ਸਾਡੇ ਕਹਿੰਦੇ ਯਾਰ 5 ਪੈਨੀ ਹੋਰ ਘਟਾ ਦੇਣਾ, 10 ਪੈਨੀ ਹੋਰ ਘਟਾ ਦੇਣਾ, ਅੱਛਾ ਥੋੜਾ ਚੁੰਗਾ ਦੇ ਦੇ। ਨਹੀਂ, ਇਹਨਾਂ 'ਚ ਸਿਫਤ ਹੈ ਬੜੀ। ਮੈਂ ਕਹਿੰਦਾ ਇਸ ਕੰਟਰੀ ਵਰਗਾ ਬੰਦਾ ਕੋਈ ਨਹੀਂ, ਬਿਲਕੁਲ ਜਿਹੜੇ ਕਿ ਸਾਨੂੰ ਐਕਸੈਪਟ ਕਰਦੇ ਪਏ। ਨਹੀਂ ਤਾਂ ਅੱਜ ਤੁਸੀਂ ਮੈਂ ਕਹਿਣਾ ਨਹੀਂ ਚਾਹੁੰਦੇ, ਪੰਜਾਬ ਦੀ ਬਾਹਰਲੀ ਕੰਟਰੀਆਂ ਤੋਂ ਆਉਂਦੇ ਨੇ ਭਈਏ ਵਗੈਰਾ, ਦੂਜਿਆਂ ਨੂੰ ਉਹਨਾਂ ਨੂੰ ਐਬਸੋਲੂਟਲੀ ਬਿਲਕੁਲ ਨੌਕਰਾਂ ਨੂੰ ਸਮਝਦੇ, ਜਿਸ ਤਰ੍ਹਾਂ ਬਈ ਉਹ ਬਿਲਕੁਲ ਹੈਗੇ। ਹਾਲਾਂਕਿ ਉਹਨਾਂ ਅੰਦਰ ਵੀ ਉਹੀ ਖੂਨ ਹੈ, ਉਹੀ ਇੰਡੀਅਨ ਹਨ, ਸਭ ਕੁਝ। ਵੀ ਸ਼ੁੱਡ ਰਿਸਪੈਕਟ। ਓਕੇ ਜੀ, ਓਕੇ ਜੀ ਗੁਰਬਚਨ ਜੀ। ਓਕੇ ਜੀ। ਤਾਂ ਗੁਰਬਚਨ ਸਿੰਘ ਹੁਣੀ ਆਪਣੇ ਮਾਨਚੈਸਟਰ ਤੋਂ ਬੜੀਆਂ ਪਿਆਰੀਆਂ ਗੱਲਾਂ ਕਰ ਗਏ ਹੈਗੇ ਆ। ਇਹ ਗੱਲ ਬਿਲਕੁਲ ਠੀਕ ਹੈਗੀ ਆ, ਜਿਹੜੇ ਕਿ ਮੈਂ ਆਮ ਅਕਸਰ ਗੱਲਾਂ ਬਾਤਾਂ ਵਿੱਚ ਵੀ ਤੇ ਆਪਣੀ ਲਿਖਤਾਂ ਵਿੱਚ ਵੀ ਲਿਖਦਾ ਹੁੰਦਾ। ਅਸੀਂ ਜਾਣੀ ਕਿ ਜਿਹੜੇ ਪੰਜਾਬ ਵਿੱਚ ਉਹਨਾਂ ਨੂੰ ਬਈਏ ਕਹਿੰਦੇ ਤੇ ਉਹਨਾਂ ਨੂੰ ਨਫ਼ਰਤ ਨਾਲ, ਹਕਾਰਤ ਨਾਲ ਉਹਨਾਂ ਨੂੰ ਅਸੀਂ ਦੇਖਦੇ ਹਾਂ ਤੇ ਉਹਨਾਂ ਨਾਲ ਵਰਤਾਵ ਇੱਦਾਂ ਕਰ ਲਿਆ ਸਾਡੇ ਤੋਂ ਜਿਸ ਤਰ੍ਹਾਂ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦਾ ਜੀ? ਵੈਲਕਮ ਹੈ ਜੀ। ਆਪਣੇ ਵਿਚਾਰ ਜੀ ਸਾਂਝੀ ਕਮੰਟਰੀ ਤੋਂ ਬੋਲਦਾ ਹੈਗਾ ਤੇ ਹਾਂਜੀ, ਤੁਹਾਡਾ ਹਮੇਸ਼ਾ ਹੀ ਪ੍ਰੋਗਰਾਮ ਸੋਹਣਾ ਹੁੰਦਾ ਤੇ ਮੈਂ ਧੰਨਵਾਦ ਹੀ ਕਰਨਾ ਹੈਗਾ। ਤੇ ਕਿਉਂਕਿ ਸੱਚਾਈ ਦਾ ਤੁਸੀਂ ਹੋਕਾ ਦਿੰਦੇ ਆ, ਤਾਂ ਜੇ ਕੋਈ ਇਹ ਗੱਲ ਸੁਣ ਕੇ ਜੇ ਕੋਈ ਸੁਧਰ ਜਾਊਗਾ ਤਾਂ ਸਮਝੋ ਵੀ ਠੀਕ ਹੈਗਾ ਆ। ਤੇ ਮੇਰਾ ਖਿਆਲ ਜਿੱਦਾਂ ਗਗਨ ਨੇ ਵੀ ਕਿਹਾ ਸੀ, 1 2 4 ਬੰਦੇ ਜੇ ਸੁਧਰੂ ਗਏ ਤੇ ਕਿਉਂਕਿ ਜਿਹੜੀ ਸੱਚਾਈ ਆ, ਸੱਚਾਈ ਰਹਿਣੀ ਹੈਗੀ ਆ। ਤੇ ਜਿਹੜੇ ਹੈ ਕੋ ਆਪਣੇ ਗਰੀਬ ਵੀ ਥੋੜੇ ਜਿਹੇ ਵੀ ਹਾਂ ਦੇ ਵਿੱਚ ਹਾਂ ਮਲਾਈ ਜਾਂਦੇ ਹੈਗੇ, ਸ਼ਾਇਦ ਉਹਨਾਂ ਨੂੰ ਮਾੜਾ ਜਿਹਾ ਆਪਣਾ ਹੌਸਲਾ ਮਿਲੂਗਾ ਵੀ ਠੀਕ ਆ, ਅਸੀਂ ਵੀ ਇਨਸਾਨ ਹੈਗੇ ਆ ਤਾਂ ਬਾਕੀਆਂ ਵਰਗੇ ਹੀ ਹਰਗੇ ਆ। ਸੋ ਇਹ ਆਪਣਾ ਵੀ ਹੈਗਾ ਮੈਸੇਜ ਹੈਗਾ, ਸਾਰਿਆਂ ਨੂੰ ਬੇਨਤੀ ਵੀ ਹੈਗੀ ਆ। ਤੇ ਜੇ ਕੋਈ ਸੁਧਰ ਜਾਊਗਾ ਠੀਕ ਹੈਗਾ। ਥੈਂਕ ਯੂ ਜੀ, ਬਹੁਤ ਮਿਹਰਬਾਨੀ। ਥੈਂਕ ਯੂ ਜੀ, ਜੈ ਗੁਰਦੇਵ। ਥੈਂਕ ਯੂ ਜੀ, ਜੈ ਗੁਰਦੇਵ ਜੀ। ਇਹ ਤਾਂ ਸੀਗੇ ਕਵਿੰਟਰੀ ਤੋਂ ਮੇਰੇ ਵੀਰ, ਤੇ ਸਾਡੇ ਤੋਂ 2 ਮਿੰਟ ਅਜੇ ਵੀ ਹੈ। ਤੇ ਜਿਹੜੀ ਗੱਲ ਸੀ ਕਰ ਰਿਹਾ ਵੀ ਇੱਕ ਤਾਂ ਬਈਆਂ ਵਾਲੀ ਗੱਲ ਜਿਹੜੀ ਅਸੀਂ ਉੱਥੇ ਵੀ ਅਜੇ ਵੀ ਉਹਨਾਂ ਨੂੰ ਘਟੀਆ ਸਮਝਦੇ, ਜਦੋਂ ਕਿ ਉਹ ਵੀ ਆਪਣੇ ਇੰਡੀਅਨਸ ਹੈਗੇ ਆ, ਭਾਰਤੀ ਹੈਗੇ ਆ। ਤੇ ਅਸੀਂ ਤਾਂ ਬਈਆਂ ਨਾਲੋਂ ਵੀ ਯਾਨੀ ਕਿ ਅੱਗੇ ਹੈਗੇ ਆ, ਕਿਉਂਕਿ ਅਸੀਂ ਤਾਂ ਸਾਡਾ ਇੱਥੇ ਮੁਲਕ ਵੀ ਨਹੀਂ ਹੈ। हेलो जी, कौन थे जी, कितने बोलते हैं? वेलकम है जी। मैं अर्चना बोल रही हूँ। हाँ जी, हाँ जी। जो अपने जो विषय का बहुत अच्छा रखा है। हाँ जी। सबने जातिवाद के लिए तो बोला है, पर मैं उन लोगों के लिए बोल रही हूँ जैसे वुमेन्स के लिए। जब वुमेन्स के लिए कितना लड़की है घर में पैदा होती है तब उसके लिए डिस्क्रिमिनेशन किया जाता है, भूल जाती है उसको पढ़ाना है, कहाँ तक पढ़ाना है, किस क्लास तक
पढ़ाना है, ये गाँव में, पिंडों में, शहरों में डिफरेंट है। और जब अगर वुमन की शादी के बाद वो दहेज में क्या लाई है क्या नहीं लाई, उसके लिए भी होते, चाहे वो आदमी कितना भी अमीर हो, फिर भी वो उससे एक्सपेक्टेशन करता है कि ये दहेज में बहुत कुछ लेकर आए। उसके बाद अगर कहीं वो विडो हो जाए तो उसके बाद उसकी सब इच्छाओं को वो बंद करते हैं। क्यों? वो एक इंसान नहीं है, वो एक इंसान है, एक औरत है, उसका भी दिल करता है रंग बिरंगे कपड़े डालूं। अगर आदमी औरत मर जाए तो आदमी दूसरी शादी कर सकता है, हर तरह के कपड़े डाल सकता है, हर जगह घूम सकता है, तो औरत क्यों नहीं जा सकती? इसके बाद डिसेबल्ड बच्चे होना, ठीक है, अरे भाई इसके तो डिसेबल्ड बच्चा हो गया। अर्चना जी थैंक यू ਤੁਹਾਡਾ ਸਭ ਤੋਂ ਟਾਈਮ ਜਿਹੜਾ ਬਿਲਕੁਲ ਫਿਨਿਸ਼ ਹੋ ਗਿਆ ਤੇ ਅਗਲੇ ਹਫਤੇ ਜਿਹੜਾ ਹੈਗਾ ਤੁਹਾਡੇ ਨਾਲ ਮੈਂ ਇੱਕ ਨਵਾਂ ਟੌਪਿਕ ਲੈ ਕੇ ਆਉਂਗਾ ਜਿਹਦਾ ਨਾਮ ਹੈ ਬੈਂਕ ਅਕਾਊਂਟ ਰੱਖਿਆ, ਕਿਉਂਕਿ ਜਦੋਂ ਆਪਾਂ ਇੰਡੀਆ ਜਾਂਦੇ ਹੈਗੇ ਆ ਸਾਡਾ ਬੈਂਕਾਂ ਨਾਲ ਵਾਸਤਾ ਪੈਂਦਾ ਤੇ ਸਾਡਾ ਉੱਥੇ ਕੀ ਖੱਜਲ ਖੁਆਰੀ ਹੁੰਦੀ ਹੈ, ਉਹਦੇ ਬਾਰੇ ਬਹੁਤ ਪੁਰਾਣਾ ਮੇਰਾ ਲੇਖ ਲਿਖਿਆ ਤੇ ਜੋ ਕੁਛ ਮੇਰੇ ਨਾਲ ਹੋਇਆ ਸੀ ਉਹ ਵੀ ਤੁਹਾਡੇ ਨਾਲ ਸਾਂਝਾ ਕਰੂੰਗਾ। ਮੈਂ ਸਾਰਿਆਂ ਹੀ ਕਾਲਰਸ ਦਾ ਬਹੁਤ ਧੰਨਵਾਦੀ ਹੈਗਾ ਤੇ ਕੁਝ ਕਾਲਰਸ ਨੂੰ ਮੈਂ ਜ਼ਿਆਦਾ ਟਾਈਮ ਨਹੀਂ ਦੇ ਸਕਿਆ, ਮੈਂ ਜਿਹੜੀ ਮਾਫੀ ਮੰਗਦਾ ਉਹਨਾਂ ਤੋਂ, ਕਿਉਂਕਿ ਕਾਲਜ ਜਾਣੀ ਕਿ ਬਹੁਤ ਸੀਗੀਆਂ ਤੇ ਕਈ ਵਾਰੀ ਜਿਹੜਾ ਹੈਗਾ ਟਾਈਮ ਜਾਣੀ ਕਿ ਉਹਨਾਂ ਨਹੀਂ ਦਿੱਤਾ ਜਾਂਦਾ ਜਿੰਨਾ ਕਿ ਦੇਣਾ ਚਾਹੀਦਾ ਹੈਗਾ। ਤੇ ਮੈਨੂੰ ਲੱਗਦਾ ਹੈਗਾ ਤੁਸੀਂ ਜ਼ਰੂਰ ਇਸ ਜਿਹੜੀ ਅੱਜ ਆਪਣੀ ਡਿਸਕਸ਼ਨ ਹੋਈ ਹੈ, ਜਿਹੜਾ ਅੱਜ ਡਿਸਕੋਰਸ ਆਪਾਂ ਰਚਿਆ ਹੈਗਾ, ਜਿਹੜਾ ਮੈਂ ਲੇਖ ਪੜ੍ਹਿਆ ਸੀਗਾ, ਕੁਛ ਨਾ ਕੁਛ ਆਪਾਂ ਜ਼ਰੂਰ ਸਿੱਖਿਆ ਤੇ ਇਹਦੇ ਤੋਂ ਜੋ ਕੁਛ ਵੀ ਆਪਾਂ ਸਿੱਖਿਆ ਹੈਗਾ ਉਹਨੂੰ ਆਪਣੇ ਪ੍ਰੈਕਟੀਕਲੀ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਅਸੀਂ ਇਸ ਸਮਾਜ ਨੂੰ, ਇਸ ਦੁਨੀਆ ਨੂੰ, ਇਸ ਪਰਿਵਾਰ ਨੂੰ ਇੱਕ ਹੋਰ ਵਧੀਆ ਜਾਣੀ ਕਿ ਬਣਾ ਸਕੀਏ ਤੇ ਸਾਡਾ ਜਿਹੜਾ ਇਮੇਜ ਹੈਗਾ ਜ਼ਿਆਦਾ ਚੰਗਾ ਹੋ ਸਕੇ। ਮੈਨੂੰ ਇੱਥੇ ਤੁਸੀਂ ਇਜਾਜ਼ਤ ਦਿਓ, ਤੁਹਾਨੂੰ ਮੈਂ ਅਗਲੇ ਹਫਤੇ ਜ਼ਰੂਰ ਮਿਲੂੰਗਾ। ਓਕੇ ਜੀ, ਬਾਏ ਬਾਏ, ਥੈਂਕ ਯੂ ਵੈਰੀ ਮਚ, ਟੇਕ ਕੇਅਰ।